जी। वाहिगुरु जी का खालसा वाहिगुरु जी की फतेह। सलोक महला तीजा। सतगुर सेवे अपना सो सिर लेखै लाए। विचों आप गवाए कै रहन सच लिव लाए। सतगुर जिनी न सेवियो तिन बिरथा जन्म गवाए। नानक जो तिस पावै सो करे कहना किछु न जाए। वाहिगुरु ਇਹ ਪਵਿੱਤਰ ਬਚਨ ਤੀਜੇ ਪਾਤਸ਼ਾਹ ਨਿਮਾਣਿਆਂ ਦੇ ਮਾਣ ਸਤਿਗੁਰੂ ਤੇਜੋ ਨੰਦਨ ਬੇਅੰਤ ਗੁਣਾਂ ਵਾਲੇ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਹਨ। ਉਥਾਨਕਾਂ ਮੁਤਾਬਕ ਕਹਿੰਦੇ ਸਿੱਖਾਂ ਨੇ ਇੱਕ ਦਿਨ ਬੇਨਤੀ ਕੀਤੀ ਆ ਕਿ ਮਹਾਰਾਜ ਜੀ ਗੁਰਮਤਿ ਅਨੁਸਾਰ ਸਾਡਾ ਸਿਰ ਜਿਹੜਾ ਹੈ ਇਹ ਕਿਵੇਂ ਸਫਲਾ ਹੋਵੇ। ਹਿੰਦੂ ਮਤ ਵਿੱਚ ਕਹਿੰਦੇ ਆ ਕਿ ਕੋਈ ਹਰਿਦੁਆਰ ਜਾ ਕੇ ਆਰੇ ਦੇ ਨਾਲ ਸਿਰ ਚੜਾ ਲਵੇ ਤੇ ਉਹਦਾ ਜੀਵਨ ਸਫਲਾ ਹੋ ਜਾਂਦਾ। ਕੋਈ ਦੇਵੀ ਦੇ ਚਰਨਾਂ ਵਿੱਚ ਆਪਣਾ ਸੀਸ ਭੇਟ ਕਰ ਦਿੰਦਾ, ਮੇਰਾ ਸਿਰ ਸਫਲਾ ਹੋ ਗਿਆ। ਪਰ ਗੁਰਮਤਿ ਅਨੁਸਾਰ ਦੱਸੋ ਮਹਾਰਾਜ ਸਾਡਾ ਸੀਸ ਕਿਵੇਂ ਸਫਲਾ ਹੋ ਸਕਦਾ ਹੈ। ਇਹ ਵੀ ਕਹਿੰਦੇ ਹੈ ਕਿ ਜਦੋਂ ਕੋਈ ਸੂਰਮਾ ਯੋਧਾ ਜੰਗ ਦੇ ਮੈਦਾਨ ਵਿੱਚ ਅੱਗੇ ਹੋ ਕੇ ਲੜਦਾ ਹੈ, ਨਿਡਰ ਹੋ ਕੇ ਲੜਦਾ ਹੈ, ਉਹਦਾ ਵੀ ਜੀਵਨ ਸਫਲਾ ਹੋ ਜਾਂਦਾ ਹੈ। ਤਾਂ ਧੰਨ ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਇਸ ਗੱਲ ਦਾ ਜਵਾਬ ਦਿੰਦੇ ਹਨ ਕਿ ਸਿੱਖੋ ਗੁਰਮਤਿ ਮੁਤਾਬਕ ਜਿਹੜਾ ਸਤਿਗੁਰ ਨੂੰ ਸਿਮਰਦਾ ਹੈ, ਸਤਿਗੁਰ ਦੇ ਚਰਨਾਂ ਨਾਲ ਜੁੜਿਆ ਰਹਿੰਦਾ ਹੈ, ਉਹਦਾ ਸਿਰ ਸਫਲਾ ਹੁੰਦਾ ਹੈ। ਜਿਸ ਤਰ੍ਹਾਂ ਤੀਜੇ ਪਾਤਸ਼ਾਹ ਜੀ ਦੇ ਬਚਨ ਹਨ, ਜਿਸ ਹਿਰਦੇ ਵਿੱਚ ਹਰੀ ਦਾ ਵਾਸਾ ਹੋ ਜੇ ਉਹ ਹਿਰਦਾ ਸਫਲਾ ਹੈ। ਜਿਹੜੇ ਹੱਥ ਗੁਰੂ ਦੀ ਕਾਰ ਸੇਵਾ ਕਰਦੇ ਹਨ ਉਹ ਹੱਥ ਸਫਲੇ ਹੋ ਜਾਂਦੇ ਹੈ। ਜਿਹੜੇ ਪੈਰ ਚੱਲ ਕਰਕੇ ਆਪਣੇ ਧਰਮ ਅਨੁਸਾਰ ਗੁਰਮਤਿ ਅਨੁਸਾਰ ਗੁਰੂ ਵੱਲ ਜਾਂਦੇ ਹਨ ਉਹਨਾਂ ਦੇ ਪੈਰ ਸਫਲੇ ਹੁੰਦੇ ਹਨ। ਅਤੇ ਜਿਨ੍ਹਾਂ ਦਾ ਸਿਰ ਗੁਰੂ ਦੇ ਚਰਨਾਂ 'ਤੇ ਲੱਗਦਾ ਹੈ ਉਹਨਾਂ ਦਾ ਸਿਰ ਸਫਲਾ ਹੋ ਜਾਂਦਾ। ਤਾਂ ਉਸ ਵੇਲੇ ਸਤਿਗੁਰਾਂ ਨੇ ਇਹ ਸ਼ਬਦ ਉਚਾਰਿਆ ਸੀ, ਸਲੋਕ ਮਹੱਲਾ ਤੀਜਾ। ਸਤਿਗੁਰ ਸੇਵੈ ਆਪਣਾ ਸੋ ਸਿਰ ਲੇਖੈ ਲਾਏ। ਜਿਨ੍ਹਾਂ ਨੇ ਆਪਣੇ ਹੰਕਾਰ ਨੂੰ ਛੱਡ ਕੇ ਵਿੱਚੋਂ ਆਪ ਗਵਾਏ ਕੈ, ਆਪਣੇ ਹੰਕਾਰ ਨੂੰ ਤਿਆਗ ਕਰਕੇ ਜਿਨ੍ਹਾਂ ਨੇ ਆਪਣੀ ਮੈਂ ਮੇਰੀ ਨੂੰ ਮਾਰ ਕੇ ਗੁਰਮਤਿ ਅਨੁਸਾਰ ਚੱਲਣਾ ਕੀਤਾ, ਉਹਨਾਂ ਦਾ ਜੀਵਨ ਲੇਖੇ ਲੱਗ ਜਾਂਦਾ ਹੈ। ਜਿਵੇਂ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਆਪਣਾ ਜੀਵਨ ਲੇਖੇ ਲਾਇਆ, ਆਪਣੀ ਮੱਤ ਛੱਡ ਕੇ ਕੇਵਲ ਤੇ ਕੇਵਲ ਗੁਰੂ ਦੀ ਮੱਤ ਨੂੰ ਗ੍ਰਹਿਣ ਕੀਤਾ। ਜਿਵੇਂ ਗੁਰੂ ਕਹਿੰਦੇ ਹਨ ਉਵੇਂ ਕਰਦੇ ਆ। ਤੇ ਸਤਿਗੁਰੂ ਨਾਲ ਇਹ ਵੀ ਦੱਸਦੇ ਆ ਕਿ ਜਿਹੜਾ ਸੇਵਾ ਨਹੀਂ ਕਰਦਾ ਉਹਨਾਂ ਦਾ ਜੀਵਨ ਕੈਸਾ ਹੈ। ਬਿਨ ਸੇਵਾ ਤ੍ਰਿਗ ਹੱਥ ਪੈਰ ਹੋਰ ਨੇਫਲ ਕਰਨੀ। ਜੇ ਅਸੀਂ ਸੇਵਾ ਸਿਮਰਨ ਨਹੀਂ ਕਰਦੇ ਤੇ ਹੱਥ ਪੈਰ ਧ੍ਰਿਗ ਹਨ,
ਹੋਰ ਕਰਨੀਆਂ ਨਿਫਲ ਹਨ ਜੇ ਅਸੀਂ ਗੁਰਮਤਿ ਅਨੁਸਾਰ ਗੁਰੂ ਦੀ ਸੰਗਤ ਦੀ ਸੇਵਾ ਨਹੀਂ ਕਰਦੇ। ਸਾਡਾ ਜੀਵਨ ਸਫਲਾ ਹੁੰਦਾ ਹੈ ਗੁਰੂ ਦੇ ਚਰਨਾਂ ਨਾਲ ਜੁੜਿਆ। ਦੱਸਦੇ ਹੈ ਕਿ ਇੱਕ ਵਾਰੀ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਾ ਰਹੇ ਸੀ। ਜੰਗਲ ਦੇ ਵਿੱਚੋਂ ਲੰਘਦੇ ਹੋਏ ਇੱਕ ਥਾਂ ਬੈਠ ਗਏ ਤੇ ਥੋੜ੍ਹੀ ਦੂਰੀ 'ਤੇ ਇੱਕ ਸ਼ਵ, ਇੱਕ ਲਾਸ਼ ਮਨੁੱਖ ਦੀ ਪਈ ਆ। ਕਹਿੰਦੇ ਇੱਕ ਬਘਿਆੜ ਆਇਆ ਜਾਂ ਸ਼ੇਰ ਆਇਆ ਜਿਸ ਨੂੰ ਮਾਸ ਖਾਣ ਦੀ ਲੋੜ ਸੀ, ਭੁੱਖ ਲੱਗੀ ਸੀ, ਔਰ ਉਸ ਨੇ ਇਸ ਮਨੁੱਖ ਦੇ ਸਰੀਰ ਨੂੰ ਦੇਖਿਆ, ਖਾਣਾ ਚਾਹੁੰਦਾ ਸੀ। ਉਸ ਨੇ ਕਹਿੰਦੇ ਪਹਿਲਾਂ ਸਰੀਰ ਨੂੰ ਸੁੰਘਣਾ ਸ਼ੁਰੂ ਕੀਤਾ, ਪੈਰਾਂ ਨੂੰ ਸੁੰਘਿਆ, ਫਿਰ ਹੱਥਾਂ ਨੂੰ ਸੁੰਘਿਆ, ਫਿਰ ਹਿਰਦੇ ਨੂੰ, ਛਾਤੀ ਨੂੰ ਸੁੰਘਿਆ, ਫਿਰ ਕੰਨਾਂ ਤੇ ਅੱਖਾਂ ਦੇ ਕੋਲੇ ਇਹਨੇ ਨੱਕ ਕਰਕੇ ਸੁੰਘਣਾ ਕੀਤਾ, ਫਿਰ ਮੱਥੇ ਤੋਂ ਸੁੰਘਿਆ। ਕਹਿੰਦੇ ਸਿਰ ਮਾਰ ਕੇ ਚਲਾ ਗਿਆ, ਖਾਧਾ ਨਹੀਂ ਉਸ ਨੂੰ। ਭਾਈ ਸਾਹਿਬ ਭਾਈ ਮਰਦਾਨਾ ਜੀ ਕਹਿਣ ਲੱਗੇ, ਮਹਾਰਾਜ ਇਹ ਮਾਸਖੋਰ ਜਾਨਵਰ ਹੈ, ਇਹਨੂੰ ਭੁੱਖ ਲੱਗੀ ਹੋਣੀ ਹੈ ਮਾਸ ਖਾਣ ਦੀ, ਪਰ ਇਹਦੇ ਸਾਹਮਣੇ ਮਾਸ ਪਿਆ ਹੈ, ਲਾਸ਼ ਪਈ ਹੈ, ਤੇ ਇਹਨੇ ਖਾਧਾ ਕਿਉਂ ਨਹੀਂ? ਧੰਨ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ, ਮਰਦਾਨਿਆ ਇਹ ਤੇ ਕਰਤਾਰ ਦੀ ਕਿਰਪਾ ਹੋ ਗਈ, ਇਹਦੇ ਉੱਤੇ ਪਰਮੇਸ਼ਰ ਦੀ ਕਿਰਪਾ ਹੋ ਗਈ, ਇਹਨੂੰ ਸੋਝੀ ਆ ਗਈ। ਇਸ ਨੇ ਇਹ ਸਰੀਰ ਦੇ ਇਕੱਲੇ ਇਕੱਲੇ ਅੰਗ ਨੂੰ ਪਹਿਲਾਂ ਦੇਖਿਆ ਵੀ ਮੈਂ ਇਸ ਮਨੁੱਖ ਦਾ ਮਾਸ ਖਾਵਾਂਗਾ, ਕਿ ਇਹ ਕੋਈ ਭਜਨ ਬੰਦਗੀ ਵਾਲਾ ਸਰੀਰ ਹੈ ਕਿ ਨਹੀਂ ਹੈ, ਕਿ ਮੇਰਾ ਵੀ ਜੀਵਨ ਖਰਾਬ ਕਰ ਦੂਗਾ। ਦੇਖੋ ਬੰਦੇ ਨੂੰ ਪਾਤਸ਼ਾਹ ਗਿਆਨ ਦਿੰਦੇ ਹੈ ਕਿ ਇਹ ਬੰਦਾ ਹੰਸ ਦੀ ਬਿਰਤੀ ਰੱਖੇ, ਖਾਣ ਯੋਗ ਖਾਵੇ, ਨਾ ਖਾਣ ਯੋਗ ਨਾ ਖਾਵੇ, ਪਰ ਇਹ ਤਾਂ ਭੱਖ ਅਭੱਖ ਸਭ ਖਾਏ, ਚੰਗਾ ਮਾੜਾ ਸਭ ਕੁਝ ਖਾ ਜਾਂਦਾ। ਜਿਵੇਂ ਹੁਣ ਤੰਬਾਕੂ ਹੈ, ਇਹਨੂੰ ਗਧੇ ਵੀ ਨਹੀਂ ਖਾਂਦੇ, ਰੂੜੀਆਂ ਦੇ ਉੱਤੇ ਪਿਆ ਹੁੰਦਾ ਹੈ। ਖੋਰ, ਗਲੀ ਹੋਈ ਤੂੜੀ, ਮੱਝਾਂ ਮੂਹਰੋਂ ਚੱਕ ਕੇ ਗਲੀ ਖਰਾਬ ਸਿੱਟ ਦਿੰਦੇ ਆ, ਉਹਨੂੰ ਤਾਂ ਗਧੇ ਖਾ ਜਾਂਦੇ ਨਾ, ਪਰ ਤੰਬਾਕੂ ਪਾ ਦਿਓ ਕਦੇ ਨਹੀਂ ਖਾਂਦੇ, ਤੇ ਬੰਦਾ ਖਾਂਦਾ ਉਸ ਨੂੰ। ਇਸ ਕਰਕੇ ਬੰਦੇ ਨੂੰ ਗਿਆਨ ਦਿੱਤਾ ਗਿਆ ਕਿ ਇਹ 'ਚ ਕੀ ਰੱਖਿਆ। ਸ਼ਰਾਬ ਦਾ ਪਾਣੀ ਜਾਨਵਰਾਂ ਵਿੱਚੋਂ ਕੁੱਤਾ ਹੈ, ਉਹ ਨਹੀਂ ਪੀਂਦਾ ਸ਼ਰਾਬ, ਲੇਕਿਨ ਬੰਦਾ ਪੀਂਦਾ। ਇਸ ਕਰਕੇ ਉਹ ਸ਼ੇਰ ਨੇ ਕਹਿੰਦੇ ਮਰਦਾਨਿਆਂ ਦੇਖਿਆ ਵੀ ਇਸ ਬੰਦੇ ਨੇ ਕਦੇ ਪੈਰਾਂ ਨਾਲ ਚੱਲ ਕੇ ਗੁਰੂ ਵੱਲ ਜਾਣਾ ਕੀਤਾ, ਪਰ ਨਹੀਂ ਗਿਆ। ਕਦੇ ਹੱਥਾਂ ਨਾਲ ਸੇਵਾ ਕੀਤੀ, ਕਦੇ ਕੰਨਾਂ ਨਾਲ ਕੋਈ ਰੱਬ ਦੇ ਬਚਨ ਸੁਣੇ, ਕੋਈ ਅੱਖਾਂ ਨਾਲ ਦਰਸ਼ਨ ਕੀਤੇ, ਕੋਈ ਦਿਮਾਗ ਦੇ ਵਿੱਚ ਇਹਦੇ ਕੋਈ ਰੱਬ ਵਸਿਆ, ਕੋਈ ਹਿਰਦੇ ਵਿੱਚ ਨਾਮ ਦੀ ਕਣੀ ਹੈ ਇਸ ਦੇ, ਜਾਂ ਸੀ ਇਹ ਸਰੀਰ ਨੇ ਜਪਿਆ ਰੱਬ ਨੂੰ ਪਰ ਨਹੀਂ ਜਪਿਆ। ਤੇ ਉਹ ਬਘਿਆੜ ਤੇ ਉਹ ਸ਼ੇਰ ਤੇ ਆਪਣੀ ਕਿਰਪਾ ਦ੍ਰਿਸ਼ਟੀ ਹੋਈ ਪਰਮੇਸ਼ਰ ਦੀ, ਤੇ ਉਸ ਨੂੰ ਗਿਆਨ ਹੋ ਗਿਆ, ਤੇ ਉਹ ਇਹਨੂੰ ਖਾਣਾ ਛੱਡ ਗਿਆ। ਉਹਦਾ ਆਪਣਾ ਜੀਵਨ ਖਰਾਬ ਹੁੰਦਾ ਸੀ, ਇਸ ਕਰਕੇ ਉਹਨੇ ਅੱਜ ਆਪਣੀ ਭੁੱਖ ਨੂੰ ਪ੍ਰਵਾਨ ਕਰ ਲਿਆ, ਪਰ ਇਹ ਨਹੀਂ ਖਾਧਾ। ਸਤਿਗੁਰ ਸੇਵੇ ਆਪਣਾ ਸੋ ਸਿਰ ਲੇਖੈ ਲਾਏ, ਸਾਡਾ ਸਿਰ ਤਾਂ ਸਫਲਾ ਹੁੰਦਾ ਜੇ ਅਸੀਂ ਗੁਰੂ ਨੂੰ ਸਿਮਰੀਏ। ਸਿਰ ਦੇ ਵਿੱਚ ਹੀ ਸਿਮਰਨ ਵਾਲੀ ਸੁਰਤ ਹੈ, ਤੇ ਸਿਰ ਹੀ ਗੁਰੂ ਚਰਨਾਂ 'ਤੇ ਆ ਕੇ ਲੱਗਦਾ ਹੈ। ਸਿਰ ਨੂੰ ਹੀ ਸਫਲਾ ਕਰਨਾ ਹੈ। ਤਾਂ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ, ਵਿੱਚੋਂ ਆਪ ਗਵਾਏ ਕੈ, ਆਪਣੇ ਹਿਰਦੇ 'ਚੋਂ, ਆਪਣੇ ਦਿਮਾਗ 'ਚੋਂ, ਆਪਣੀ ਬੁੱਧੀ 'ਚੋਂ ਹੰਕਾਰ ਨੂੰ ਕੱਢ ਕੇ, ਮੈਂ ਮੇਰੀ ਨੂੰ ਕੱਢ ਕੇ, ਜਦੋਂ ਕੋਈ ਪਰਮੇਸ਼ਰ ਨੂੰ ਸਿਮਰਨਾ ਕਰਦਾ ਹੈ ਤਾਂ ਉਹਦਾ ਜੀਵਨ, ਉਹਦਾ ਸਿਰ, ਉਹਦੇ ਹੱਥ, ਅੰਗ ਪੈਰ ਸਭ ਲੇਖੇ ਲੱਗਦੇ ਹਨ।
नहीं तो फिर आनंद साहब दे विच लिख दिता, ये रसना तू अनरस राज रही तेरी प्यास न जाए। हे जीबा तू नाम का रस नहीं लैंदी, संसार के रसां कसां नाल तू रजेंगी नहीं। ये नेत्रो मेरियो हर तुमै जो धरी, हर बिन अवर न देखो कोई। हे मेरे नेत्रो, तुहानू हरि ने अखां दित्तियां हन गुरु के दर्शनां लई, ते गुरु के दर्शन करिया करो। इसे तरह ही बिन सेवा त्रिग हथ पैर होर नेफल करनी। सतगुरु अमरदास जी सिखां दे बेनती करन ते दसदे हन कि विचों हंकार नूं छड्ड के जदों कोई गुरु के हुक्म अंदर चलदा होया सच नाल जुड़दा है, सेवा करदा है, विचों आप गवाए कह रहन सच लिव लाए, उदों उन्हां दा जीवन सफला हुंदा। सतगुर जिनी न सेवियो तिन बिरथा जन्म गवाए। कह लगे जिन्हां ने मातलोक विच आके सेवा सिमर नहीं कीता, उन्हां ने जीवन बेकार गवा लिया, बिरथा गवा लिया। जिवें जंग के मैदान में अनेकों सिंह शहीद होए तो सतगुरु पातशाह कहते ये मुक्त हो गए, जिवें 40 मुक्ते मुक्तसर साहब वाले। इस तरह कहते इस तरह मेरा सिंह जदों अगे होके लड़दा है निरभौ निडर होके, ते वो परमेश्वर के दर ते प्रवान हुंदा। एक बार 10वें पातशाह जी के कोल एक माता आई, ते माता दे नाल एक बच्चा है। आके उन्हें बेनती की, महाराज मेरे 4 पुत्र सन, मेरे 3 पुत्र तो तुहाडे चरनां दे लेखे लग गए, तुहाडे जंगा युद्धां में शहीदियां पा गए, ते ये मेरा चौथा पुत्र है, इसनूं भी रख लो। ते एक वचन है, जे कोई गुरु की वस्त गुरु के चरनां विच रखदा है तो फिर की हुंदा है, गुरु उस नूं होर भी निहाल कर दिंदा है, होर भी कृपा रखदा है। जिसकी वस्त तिस आज्ञा राखै, प्रभ की आज्ञा मानै माथै, उसते चौगण करे निहाल, नानक साहिब सदा दयाल। परमेश्वर तो हमेशा दयाल है। जे असी गुरु का 10वां दसौंद कढ़ के गुरु के चरणों में रखते हैं तो गुरु होर भी साढ़े खजाने भरदा। इस करके 10वां दसौंद गिन के कढ़िए, पूरा गिन के तनख्वाह के हिसाब नाल 100 रुपये चो 10 रुपये, 1000 चो 100 रुपया। इस बेबे ने आके बेनती की, महाराज मेरे 4 पुत्र सन, तुहाडी जात सी, तुहाडे चरनां विच लागे ए चौथे पुत्र नूं भी रख लो। पातशाह कहंदे ठीक है माता, तू अपने 4 पुत्र गुरु दे लेखे लाए, तेरे घर 8 पुत्र होर होणगे। को सतनाम श्री, तैनूं परमेश्वर होर भी दातां बख्शेगा, तेरी कुल चलेगी। जे 4 शहीदियां पा जांदे फिर तां कुल खड़ गई ना। पर गुरु पातशाह कहंदे जिसकी वास्तव से आज्ञा राखै, प्रभ की आज्ञा मानै बाथै, उसते चौगण करे निहाल, नानक साहिब सदा दयाल। जिहड़ा गुरु नूं मनदा है, गुरु उन्हां दी मनदा है। प्रीतम जी कहंदे सतगुर सेवै अपना सो सिर लेखै लाए, जिन्हां ने गुरु नूं सिमरना कीता। सेवे दे दोने अर्थ बनदे हैं। एक सेव का अर्थ अंग्रेजी दे विच कर लईए तो सेव करना की है, इकट्ठा करना। इत्थे भी सेव का अर्थ है चंगे कर्मां नूं इकट्ठे करना, सिमरन भजन करके उसनूं इकट्ठा करना। सेवा का फल भी इकट्ठा हुंदा साडा जी। असीं रोज़ गुरु घर आउणे आ, सेवा करते हैं, चाहे झाड़ू मारते हैं, तो तुसीं चाहे 1 मिनट सेवा की, चाहे घंटा सेवा की, तुहाडी वो लेखे चाहे लिखी जाती है। तो परमेश्वर जिहड़ा है अपने सेवकां लई एक तिल जिन्ना भी हिसाब किताब रखदा नहीं। एक तिल नहीं भन्ना घल है, वो तिल जिन्ना भी हिसाब किताब किसी सेवादार का रखदा नहीं।
ਉਹ ਦੇਣਾ ਕਰਦਾ। ਇਹ ਪਰਮੇਸ਼ਰ ਦਾ ਸੁਭਾਅ ਹੈ, ਕਿਸੇ ਦੀ ਮਿਹਨਤ ਰੱਖਦਾ ਨਹੀਂ। ਪਰ ਅੱਗੇ ਸਤਿਗੁਰ ਲਿਖਦੇ ਹਨ, ਜਿਨ੍ਹਾਂ ਨੇ ਆਪਣਾ ਹੰਕਾਰ ਛੱਡ ਕੇ ਉਹਨੂੰ ਸਿਮਰਨ ਕੀਤਾ ਉਹ ਪ੍ਰਵਾਨ ਹੋ ਗਏ। ਵਿੱਚੋਂ ਆਪ ਗਵਾਏ ਕਹਿ ਰਹਿਣ ਸੱਚ ਲਿਵ ਲਾਏ, ਸਤਿਗੁਰ ਜਿਨੀ ਨਾ ਸੇਵਿਓ ਤਿਨ ਬਿਰਥਾ ਜਨਮ ਗਵਾਏ। ਜਿਨ੍ਹਾਂ ਨੇ ਨਹੀਂ ਸਿਮਰਨ ਕੀਤਾ ਉਹਨਾਂ ਨੇ ਆਪਣਾ ਜੀਵਨ ਬਿਰਥਾ ਗਵਾਇਆ। ਕਹਿੰਦੇ ਫਿਰ ਸਤਿਗੁਰੂ ਪਾਤਸ਼ਾਹ ਜੀ ਦਾ ਜਦ ਬਚਨ ਹੋਇਆ ਉਸ ਮਾਤਾ ਨੂੰ, ਮਾਤਾ ਦਾ ਨਾਮ ਸੀ ਨਿਹਾਲ ਕੌਰ, ਫਿਰ ਉਸ ਦੇ ਅੱਗੇ 8 ਪੁੱਤਰ ਹੋਰ ਹੋਏ। ਅਤੇ ਜਿਸ ਵੇਲੇ ਖਾਲਸਾ ਪੰਥ ਚੱਲਿਆ, ਇਹਦੀਆਂ 12 ਮਿਸਲਾਂ ਬਣੀਆਂ। ਉਹਨਾਂ ਦੇ ਵਿੱਚ 2 ਸਿੰਘ ਸਨ, ਨਿਹਾਲ ਸਿੰਘ ਅਤੇ ਸ਼ੇਰ ਸਿੰਘ। ਇਹ ਉਸੇ ਮਾਤਾ ਦੇ ਪੁੱਤਰ ਸਨ। 12 ਮਿਸਲਾਂ 'ਚੋਂ ਨਿਹਾਲ ਸਿੰਘ, ਸ਼ੇਰ ਸਿੰਘ ਉਸੇ ਮਾਤਾ ਦੇ 2 ਪੁੱਤਰ ਅੱਗੇ ਫਿਰ ਖਾਲਸੇ ਦੀ ਸੇਵਾ 'ਚ ਆ ਗਏ। ਭਾਵ ਜਿਵੇਂ ਅਸੀਂ ਗੁਰੂ ਦੇ ਚਰਨਾਂ ਵਿੱਚ ਆਪਣੀਆਂ ਗੁਰੂ ਦੀਆਂ ਬਖਸ਼ੀਆਂ ਦਾਤਾਂ ਨੂੰ ਰੱਖਦੇ ਹਾਂ, ਉਵੇਂ ਗੁਰੂ ਹੋਰ ਵੀ ਕਿਰਪਾ ਕਰਦਾ ਹੈ। ਸਤਿਗੁਰੂ ਰਾਮਦਾਸ ਮਹਾਰਾਜ ਜੀ, ਜਿਨ੍ਹਾਂ ਨੇ ਖੁਦ ਵੀ ਬਚਪਨ ਵਿੱਚ ਘੁੰਗਣੀਆਂ ਵੇਚੀਆਂ, ਅਤੇ ਕੀ ਵੇਖਦੇ ਆ ਇਹਨਾਂ ਦੇ ਦਰਬਾਰ 'ਤੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਬਾਹਰ ਸੜਕ ਦੇ ਉੱਤੇ ਬੈਠ ਕੇ ਇੱਕ ਬੱਚਾ ਘੁੰਗਣੀਆਂ ਵੇਚਦਾ ਹੈ। ਅਤੇ ਜਦੋਂ ਸ਼ਾਮਾਂ ਨੂੰ ਕਿਤੇ ਗੇੜਾ ਵੱਜਦਾ, ਸਤਿਗੁਰੂ ਰਾਮਦਾਸ ਮਹਾਰਾਜ ਜੀ ਦਾ ਉਸ ਬੱਚੇ ਕੋਲ ਜਾਂਦੇ ਨੇ। ਉਹਨੂੰ ਘੁੰਗਣੀਆਂ ਵੇਚ ਕੇ ਪਿਆਰ ਆ ਗਿਆ ਵੀ ਕਦੇ ਮੈਂ ਵੀ ਆਹ ਕੰਮ ਕਰਦਾ ਸੀਗਾ। ਅਤੇ ਸਤਿਗੁਰ ਨੇ ਕਿਰਪਾ ਕੀਤੀ। ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਦਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਅਤੇ ਮੇਰੇ 'ਤੇ ਕਿੰਨੀ ਕਿਰਪਾ ਕਰਤੀ। ਉਸ ਬੱਚੇ ਨੂੰ ਕਹਿੰਦੀ ਹੈ, ਬੱਚੇ ਕਿੰਨੇ ਵੱਟੇ ਨਾ? ਸ਼ਾਮਾਂ ਨੂੰ ਜਾਂਦੇ ਆ, ਕਿੰਨੇ ਪੈਸੇ ਵੱਟ ਲਏ? ਫਿਰ ਉਦੋਂ ਪੈਸਿਆਂ ਵਿੱਚ ਹੀ ਹਿਸਾਬ ਹੁੰਦਾ, ਨਿੱਕਾ ਪੈਸਾ 5 ਪੈਸੇ, 10 ਪੈਸੇ, 25 ਪੈਸੇ, ਆਦਿ ਆਦਿ। ਉਹਨੇ ਬੋਰੀ ਦਾ ਪੱਲਾ ਚੱਕਿਆ, ਕਹਿੰਦਾ ਜੀ ਆਹ ਵੱਟੇ ਨੇ। ਕਹਿੰਦੇ ਲਿਆ ਫੜਾ। ਉਹ ਬੱਚੇ ਨੇ ਚੱਕ ਕੇ ਸਤਿਗੁਰਾਂ ਦੇ ਹੱਥੇ ਰੱਖਤੇ, ਸਤਿਗੁਰ ਲੈ ਗਏ। ਸ਼ਾਮਾਂ ਨੂੰ ਜਦ ਬੱਚਾ ਘਰੇ ਗਿਆ ਅਤੇ ਮਾਂ ਨੇ ਪੁੱਛਿਆ, ਪੁੱਤ ਘੁੰਗਣੀਆਂ ਵੇਚਿਆ? ਕਹਿੰਦਾ ਹਾਂ। ਕਿੰਨੇ ਵੱਟੇ? ਕਹਿੰਦੇ ਵੱਟੇ ਸੀ 15, 20, 25 ਪੈਸੇ, ਪਰ ਉਹ ਅੱਜ ਗੁਰੂ ਰਾਮਦਾਸ ਜੀ ਆਏ ਅਤੇ ਉਹ ਲੈ ਗਏ। ਮਾਤਾ ਨੂੰ ਖੁਸ਼ੀ ਹੋਈ। ਕਹਿੰਦੀ ਪੁੱਤ ਜਵਾਬ ਤਾਂ ਨਹੀਂ ਦਿੱਤਾ ਇੱਕ ਵਾਰੀ ਵੀ? ਕਹਿੰਦੇ ਨਹੀਂ, ਮੈਂ ਜਵਾਬ ਤਾਂ ਨਹੀਂ ਦਿੱਤਾ। ਕਹਿੰਦੇ ਫਿਰ ਜਵਾਬ ਦੇਈ ਵੀ ਨਾ। ਅੱਜ ਹੱਥੀਂ ਸਤਿਗੁਰੂ ਤੈਨੂੰ ਕੁਛ ਸੇਵਾ ਬਖਸ਼ਣੀ ਚਾਹੁੰਦੀ ਹੈ, ਲੱਗਦਾ ਹੈ ਕਿਰਪਾ ਕਰਨੀ ਚਾਹੁੰਦੀ ਹੈ, ਤੂੰ ਜਵਾਬ ਨਾ ਦੇਈ। ਕਹਿਣ ਲੱਗਿਆ ਠੀਕ ਆ। ਤਾਂ ਗੁਰੂ ਪਿਆਰਿਓ, ਕਹਿੰਦੇ ਦੂਜੇ ਦਿਨ ਬੱਚਾ ਫੇਰ ਆਇਆ ਵੇਚਣ। ਘੁੰਗਣੀਆਂ ਘਰੋਂ ਛੋਲੇ ਪਏ ਸਨ, ਹੋਰ ਬਣਾ ਲਿਆਇਆ। ਬੇਬੇ ਨੇ ਬਣਾਤੀਆਂ, ਵੇਚੀਆਂ। ਸ਼ਾਮਾਂ ਦੇ ਤੱਕ ਉਹ ਵੀ ਵਿਕ ਗਈਆਂ। ਜਿਹੜੇ ਪੈਸੇ ਵੱਟੇ ਸਤਿਗੁਰੂ ਰਾਮਦਾਸ ਜੀ ਫੜ ਕੇ ਲੈ ਗਏ। 4-5 ਦਿਨ ਇਹ ਖੇਡ ਚੱਲੀ। 5ਵੇਂ ਦਿਨ ਬੱਚਾ ਬੈਠਾ ਬੋਰੀ ਵਿਛਾ ਕੇ, ਪਰ ਘੁੰਗਣੀਆਂ ਕੋਲੇ ਹੈ ਨਹੀਂ ਵੇਚਣ ਨੂੰ। ਅਤੇ ਗੁਰੂ ਰਾਮਦਾਸ ਮਹਾਰਾਜ ਜੀ ਆ ਗਏ। ਕਹਿੰਦੇ ਕੀ ਨਾਂ ਤੇਰਾ? ਜੀ ਨਾਂ ਤਾਂ ਮੇਰਾ ਸੇਮ ਆ। ਅਤੇ ਕਿੰਨੇ ਪੈਸੇ ਵੱਟ ਲਏ? ਕਹਿੰਦਾ ਜੀ ਵੱਟਣੇ ਕਿੱਥੇ ਸੀ, ਘਰੇ ਛੋਲੇ ਤਾਂ ਹੈ ਨਹੀਂ ਸੀਗੇ, ਉਹ ਤਾਂ ਸਾਰੇ ਵੇਚਤੇ ਆਪਾਂ। ਸਤਿਗੁਰੂ ਰਾਮਦਾਸ ਮਹਾਰਾਜ ਜੀ ਨੇ ਵਿੱਚੋਂ ਆਪ ਗਵਾਏ ਕਹਿ ਰਹਿਣ ਸੱਚ ਲਿਵ ਲਾਏ। ਸਤਿਗੁਰੂ ਰਾਮਦਾਸ ਮਹਾਰਾਜ ਜੀ ਉਸ ਵੇਲੇ ਬਚਨ ਕਰਦੇ ਹਨ। ਸੋਮਾ ਨਾਮ ਸੀ। ਸੋਮਾ ਸ਼ਾਹ ਸ਼ਾਹਾਂ ਦਾ ਸ਼ਾਹ, ਸੋਮਾ ਸ਼ਾਹ ਸ਼ਾਹਾਂ ਦਾ ਸ਼ਾਹ, ਸੋਮਾ ਸ਼ਾਹ ਸ਼ਾਹਾਂ ਦਾ ਸ਼ਾਹ। ਕਈ ਵਾਰੀ ਇਹ ਬਚਨ ਉਚਾਰਨ ਕਰਤਾ। ਅਤੇ ਕਹਿੰਦੇ ਉਸੇ ਹੀ ਜੀਵਨ 'ਚ ਅੱਗੇ ਚੱਲ ਕੇ ਇਹ ਸੋਮਾ ਇੱਕ ਵੱਡਾ ਵਪਾਰੀ ਬਣਿਆ। ਕੋਈ ਸਤਨਾਮ ਸੀ। ਅਤੇ ਵੱਡੇ ਵੱਡੇ ਸ਼ਹਿਰ ਜਿਵੇਂ ਦਿੱਲੀ, ਬੰਬੇ, ਬਠਿੰਡਾ ਆਦਿ, ਇਹ ਵੱਡੇ ਵੱਡੇ ਸ਼ਹਿਰ ਜਿਹੜੇ ਹਨ, ਇਹਨਾਂ ਵਿੱਚ ਉਹਦੀਆਂ ਸ਼ਾਖਾਂ ਖੁੱਲ੍ਹ ਗਈਆਂ ਵਪਾਰ ਦੀਆਂ। ਕੋਈ ਸਤਨਾਮ ਸੀ। ਇਹ ਉਹ ਗੁਰੂ ਕਿਰਪਾ ਕਰਦਾ ਹੈ। ਜਦੋਂ ਅਸੀਂ ਜਿਸ ਕੀ ਵਾਸਤੇ ਸੀ ਆਗਿਆ ਰਾਖੈ, ਪ੍ਰਭ ਕੀ ਆਗਿਆ ਮਾਨੈ ਮਾਥੈ, ਉਸ 'ਤੇ ਚੌਗਣ ਕਰੇ ਨਿਹਾਲ, ਨਾਨਕ ਸਾਹਿਬ ਸਦਾ ਦਿਆਲ। ਪਰਮੇਸ਼ਰ ਤਾਂ ਹਮੇਸ਼ਾ ਹੀ ਦਿਆਲ ਹੈ। ਗੁਰੂ ਨਾਨਕ 5ਵੇਂ ਸਤਿਗੁਰੂ ਕਹਿੰਦੇ, ਪਰ ਜਿਨ੍ਹਾਂ ਨੇ ਇਹ ਗੱਲ ਨਹੀਂ ਮੰਨੀ,
गुरु का हिस्सा नहीं कढ़िया। जो बाबे के दाम न दे है तो बाबर के गह ले है। वे नहीं कढ़ोगे तो भाई दूजे पासे लग जाएंगे। क्यों ना आप खुशी खुशी कढ़ के उन्होंने पैसों नूं लोड़वंदां दी मदद कर दीए। पहला इदां ही काम चलदा सीगा। अज भी बहुत सारे सिंह गिन के पैसे कढ़दे आ दसवां सौंध, तो वह पैसे नाल जिवें अजकल मजबूर है लोग लंगर चलदी है उन्हां च पा देना, मजबूर लोड़वंदां दी मदद कर देनी, किसी नंगे नूं कपड़े दवा देने, किसी नूं बूट दवा देने, आदि आदि। तो इस तरह सतगुरां ने साडी ये विਉਂਤਬੰਦੀ बनाई आ भी मैं सिख ते किवें किरपा करां। नहीं अज दा नहीं आर्य जुगात दी गल है। कृष्ण जी की गल सुन लो। कहते कृष्ण जी एक दिन बड़े उदास बैठे आ ते उन्हां दी अर्धांगनी राधा ਜਾਂ दूसरी बीबी कहन लगी महाराज किवें है, सोचां च डुबे हो। कहन लगी है मेरा भगत एक बड़ा दुखी है। वो कहन लगे फिर सुखी कर दिओ, दे दिओ कुछ उन्होंने। कहना मैं दे तो देवां पर वो ऐसा संतोखी है मंगदा भी नहीं। कहो सतनाम श्री। एक बारी उसने छोले लघोले सी मैथों खाण वाले भुने हुए। मैं पूछया की खाना है? कहना खाना की है, दंद कड़िक्का वजदा मेरे मूँह चों निकल गया, चंगा दंद कड़िक्का ही वजूगा। उदन की ऐसी गरीबी आई है उहदे घर विच। ते फिर राधा रुकमणी इहदियां 3 रानियां हन कृष्ण जी दियां, एक होर है। तो ये कहन लगियां फिर कर दिओ किरपा उते। किरपा तां करां जे मैनू भी कुछ देवे ओह। कहते एक साध का रूप धार के कृष्ण जी उन्होंने घर चले गए। भिक्षा मंगते है तो अगों बीबी बैठी है सुदामे के घर वाली है। सुदामे की कहानी है। कहन लगे माता जी कुछ भोजन छका दिओ। बीबी कहन लगी कुछ भी नहीं बाबा, घरे तो चौल बनाए सी वो जवाक खा गए सारे। साध कहन लगे पतीले विच वेख लो थोड़े बहुते पे होणगे। कहनी जी पतीला तो खाली हो गया। कहने विखा तो मैनू। कहती उन्होंने आप पतीले च उंगल मारी तो बखी विच 2-4 चौल लगे सी वो कढ़ के खा गए। को सतनाम श्री। भाव सतगुरु भी कहता जे सिखा तू अपने हिस्से चो हिस्सा कढ़ेगा तो तैनू मैं उसनू चौगना करके दूंगा वापस। को सतनाम श्री। तो सिख भी जब उस तरह चलेगा तो गुरु भी किरपा करता है। फिर बहाना बनया एक दिन वो साध तो चलिया गया। तो एक दिन फिर बीबी ने अपने घर वाले सुदामे नूं कहा भी घरे रोटी भी 2 डंग नहीं बनती, कई बार 1 डंग नहीं बनती। तो मैं सुनिया तेरा मित्र है राजा द्वारका वाला कृष्ण, तो वो तो कुछ मंग लिया ग्रांट ग्रूंट कोई 4 पैसे दे दूगा। सुदामा कहना मित्रता विच मंगना बहुत औखा है। कहने कोई नहीं चलिया जा आपे तेरी हालत वेख के दे दूगा। तो गुरु प्यारिओ सुदामा चलिया गया। बीबी ने उन्होंने चौल कुट के सत्तू बनाते, धोती बन्नी हुई है, एक लड़ मोढे ते सिੱਟੇ आ परने का, वो लड़ विच ऐदां बन्ने हुए आ। ते चलदा चलदा पहुँच गया द्वारकापुरी। ते महलों के बार च जाके पहरेदार नूं कहंदा कृष्ण नूं मिलना है। कहंदे तेरे वर्गियां नूं राजा थोड़े मिलिया करदा, मंगतियां नूं की चाहिए तैनूं? कहना मैनूं कुछ नहीं लेना, मैं मिलना ही हाँ, मेरा दोस्त है। फिर तो होर भी हसे, कहंदे तेरा दोस्त है? कहंदे असीं बचपन के दोस्त हाँ, वैसे कोई गल नहीं। जे तुसीं अंदर नहीं जाणदे ना जाके कृष्ण जी नूं कह दिओ भी तुहाडा मित्र है कोई सुदामा सुदामा, वो मिलना आया। कहंदे अंदर जाके पहरेदार ने दस्सिया एक ने महाराज कोई सुदामा मित्र है सोडा बाहर च खड़ा, बड़ी भैड़ी हालत आ उहदी, गरीबी दे विच धोती भी उहदी मैली कचैली ते पैरां दे विच ब्याइयां ते कंडे बचे हुए ने। कहने कृष्ण जी तो फिर उत्थे परना जां सिर ते बन्नण वाला मुकट भी नहीं चक्किया उन्होंने, उस तरह नंगे पैरी भज के गेट ते आ गए। लम्मे महल दे गेट हुंदे आ। कहंदे गेट ते आए ते सुदामे नूं अंदर लै गए, पहलां गलवक्कड़ी पाई, फिर रोए जार जार।
क्योंकि साधुआं दे मुख चों निकले वचन पूरे हो जाते हैं। वो वचन कृष्ण जी ने भी याद किया भी जे उदे मैनू मुट्ठी छोले दे दिंदा मैं काहनूं कहंदा तैनूं भी दंद कड़िक्का ही वजूगा, या भुखे होवे तो फिर दंद ही खड़कदे आ ना, रोटी खाण नूं ना होवे विच। इन्ने प्यार दे विच आ गए दोने जने, किन्ना चिर तां एक दूजे नूं गलवकड़ी पा के रोंदे ही रहे। को सतनाम सी, पहरेदार खड़े झाकदे रहे। फिर अंदर चले गए, गर्म पानी करा के उन्होंने पैर धोते, कृष्ण जी ने आप कहने। फिर प्रशादा तैयार हो गया, 36 प्रकार का भोजन, राजे के घर च किहड़ी घाट आ। फिर उन्होंने कहते भोजन छकाया। हुण 36 प्रकार के भोजन बने आ तरह तरह के, तो मरदाना अपने वो सत्तू कुटे हुए चौल कुट के विच मिठा पा के उन्होंने सत्तू कह देंगे। वो लुकोई जाता भी यार इनू मैं आ देऊँगा, ये घर तो किसी गल का घाटा ही नहीं गा, तो मेरे सत्तू इन्हें की देखने आ। तो अज फिर कृष्ण जी उस बचन नूं उलटाउण वास्ते पुछदे आ, मरदाने आ फिर तेरी मेरी भरजाई ने, तेरी घरवाली ने मेरे वास्ते की भेजे? गुरु प्यार का भुखा है, वस्तुआं का भुखा नहीं गा। वो पोटली जी लुकाउंदा लुकाउंदा कहंदा जी कुछ नहीं, मेरे को कुछ नहीं भेजिया। वो कहन लगे तू फिर लुकोई जाना यार, अज यही तू गलती बचपन च कीती सी, अफड़ा होरे की आ, खोल लिया परना फड़ लिया, वो गंढ खोल ली, गंढ विचों सत्तू कढ़े, सत्तूआं नूं हत्थां ते रख के फक्के मारदे आ ते कहंदे आह किन्ने स्वाद आ, बहुत स्वाद आ। 3-4 फक्के मार गए। अखीर कहंदे रुकमणी ने हत्थ फड़ लिया, कहंदी वस करो हुण तां बहुत किरपा करती कि सानू भी उत्थे भेजना। कहो सतनाम श्री। भाव नालदियां नूं पता लग जांदा भी की हो रहा है। तो उस तो बाद चलो होर गल्लां बातां होईयां, कई दिन अपने सदामा उत्थे रहा। तो फिर उतों एक दूजे ने मिल के तुर पे। ना तो कृष्ण जी ने कोई जेब च पाया दिता, तो ना ही कुछ सदामे ने मंगिया। इनू कहंदी है मित्रता। जहाँ लभ, कबीर साहब जी कहते जहाँ लभ तो नेहो किया, जे लालच है तो फिर प्यार नहीं है। कहो सतनाम से। जहाँ लभ तो नेहो किया, लभ तो कूड़ा नेहो, जे तुहाडे स्वार्थ है विचाले कोई प्यार दे, फिर समझ लो तुहाडा प्यार झूठा है। किचर झक लंघाई है, टुटा छप्पर मेहो, जिवें टुटी हुई छपड़ी विचों पानी चौंदा है, इहो जिहे प्यार का फायदा नहीं कोई हुंदा। ना तो सदामे ने कुछ मंगिया गरीबी करके भी यार मैंने थोड़े पैसे दे, मैं कम सार लूँगा, तो ना ही कृष्ण ने दिता। पर जब घर आया, जिथे दा कच्चा जिहा घर सीगा जां कोई झोंपड़ी छन जो भी सी, उत्थे एक महल बनिया होया। कहो सतनाम से। घर बनिया होया तकड़ा सुंदर। तो सदामा भालदा फिरदा अपना पुराना घर भी किधर गया यार, घर तो इत्थे क जे सीगा अपना। तो वाहवा चिर ना लभ्या, 5-7 गेड़े मारे, तो किते उत्तरों इहदी घरवाली ने वेखिया, वो थल्ले झाकदी है भी आ गया। उत्तों आवाज़ मार कहंदे आ जाओ अपना ही घर है ये। वेखदा भी ये तो महलों च फिरदी यार। अंदर गया तो फिर जाके पुछदा भलीए मानसे घर, कहंदी सानू नहीं पता लग्या, ये परमेश्वर ने या तेरे कृष्ण ने कृपा की, राते रात ही घर बन गया। को सतनाम से। असल जो फक्के मार रहे सी बड़ा स्वाद आ, उदों कृपा ही कर रहे सीगे। घर पाता, रसोई भी 36 प्रकार के खाने भेजते, वस्त्र भेजते, सब कुछ कृपा करती। यही कृपा बाबे नानक ने जगह जगह ते जाके भाई लालो वर्गे सिखां ते भी कीती आ। को सतनाम सी। जो कोहदरी रोटी खान लगे ना, एडी मोटी रोटी तवे जिन्नी, ते सजा के थालां विच रखती, एक मरदाने मूहरे सतगुरां अगे। ते मरदाना टेढ़ा झाके भी ये किवें खावांगे, एडी मोटी है, काहदी रोटी आ, बाजरे की, कोहदरे की। कोहदरा फसल होर है, वैसे बाजरा नहीं है, वो कोहदरा होर चीज़ आ।
ਤੇ ਬਾਬਾ ਨਾਨਕ ਜੀ ਸਮਝ ਗਏ ਵੀ ਮਰਦਾਨਾ ਸੋਚਦਾ ਵੀ ਇਹ ਕਿਹੋ ਜਿਹਾ ਪ੍ਰਸ਼ਾਦਾ ਹੈ, ਨਾ ਕੋਈ ਕਣਕ ਹੈ ਨਾ ਕੋਈ ਹੋਰ ਪੋਲਾ ਪ੍ਰਸ਼ਾਦਾ, ਇਹ ਤਾਂ ਯਾਰ ਬਾਬਾ ਜੀ ਕਹਿੰਦੇ ਝਾਕਦਾ ਕੀ ਹੈ ਮਰਦਾਨਿਆ, ਖਾ ਕੇ ਦੇਖ 36 ਪ੍ਰਕਾਰ ਦੇ ਭੋਜਨਾਂ ਦਾ ਇਹਦੇ ਵਿੱਚ ਸਵਾਦ ਹੈ। ਤੇ ਨਾਲੇ ਕਹਿੰਦੇ ਆਪਣੀ ਰੋਟੀ 'ਚ ਇੱਕ ਬੁਰਕੀ ਤੋੜ ਕੇ ਫੜਾਤੀ, ਕਹਿੰਦੇ ਖਾ। ਤੇ ਜਦੋਂ ਖਾਧੀ ਤੇ ਮਰਦਾਨੇ ਨੂੰ ਬੜੀ ਸਵਾਦ ਲੱਗੀ, ਕਹਿੰਦਾ ਜੀ ਇੰਨੀ ਸਵਾਦ ਰੋਟੀ ਤਾਂ ਕਦੇ ਖਾਧੀ ਨਹੀਂ। ਤੇ ਪਾਤਸ਼ਾਹ ਲਾਲੋ ਨੂੰ ਕਹਿੰਦੇ ਲਾਲੋ ਰੋਟੀ ਵਿੱਚ ਕੀ ਪਾ ਕੇ ਲਿਆਇਆ? ਕਹਿੰਦਾ ਜੀ ਮੈਂ ਕੀ ਪਾਉਣਾ ਸੀਗਾ, ਕੋਧਰੇ ਦੀ ਰੋਟੀ ਆ, ਨਾਲ ਆਹ ਸਿੰਪਲ ਜਿਹਾ ਸਾਗ ਲੱਸੀ ਆ ਬਸ। ਕਹਿੰਦੇ ਨਹੀਂ, ਕਹਿੰਦੇ ਕੋਧਰੇ ਦੀ ਰੋਟੀ ਨਹੀਂ ਲਾਲੋ, ਇਹਦੇ ਵਿੱਚ ਬਹੁਤ ਕੁਝ ਹੈ। ਸਾਚ ਕਹੋ ਸੁਣ ਲਿਓ ਸਭ ਹੈ, ਜਿਨ ਪ੍ਰੇਮ ਕੀਓ ਤੇ ਨਹੀਂ ਪ੍ਰਭ ਪਾਇਓ। ਤੋ ਇਸ ਕਰਕੇ ਪਰਮੇਸ਼ਰ ਉਹਨਾਂ 'ਤੇ ਬੜੀ ਕਿਰਪਾ ਕਰਦਾ ਹੈ ਜਿਹੜੇ ਸਤਿਗੁਰ ਦੇ ਲੇਖੇ ਆਪਣੀ ਜ਼ਿੰਦਗੀ ਲਾਉਂਦੇ ਹਨ। ਸਤਿਗੁਰ ਸੇਵੈ ਆਪਣਾ ਸੋਸਿਰ ਲੇਖੈ ਲਾਏ, ਵਿੱਚੋਂ ਆਪ ਗਵਾਏ ਕੈ ਰਹਿਣ ਸੱਚ ਲਿਵ ਲਾਏ। ਸਤਿਗੁਰ ਜਿਨੀ ਨਾ ਸੇਵਿਓ ਤੇ ਜਿਨ੍ਹਾਂ ਨੇ ਇਹ ਕੰਮ ਨਹੀਂ ਕੀਤਾ ਤਿਨਾਂ ਬਿਰਥਾ ਜਨਮ ਗਵਾਏ। ਨਾਨਕ ਜੋ ਤਿਸ ਭਾਵੈ ਸੋ ਕਰੈ, ਕਹਿ ਨਾ ਕਿਛੂ ਨਾ ਜਾਏ। ਧੰਨ ਗੁਰੂ ਨਾਨਕ ਦੇਵ ਜੀ ਤੀਜੇ ਪਾਤਸ਼ਾਹ ਕਹਿੰਦੇ ਅਸਲ ਵਿੱਚ ਜੋ ਪਰਮੇਸ਼ਰ ਨੂੰ ਭਾਉਂਦਾ ਉਹੀ ਹੁੰਦਾ ਹੈ। ਅਸੀਂ ਉਹਦੇ ਬਾਰੇ ਕੀ ਦੱਸੀਏ? ਇਹ ਜੀਵ ਜੰਤ ਹੈ ਤੇ ਜੰਤੀ ਪਰਮੇਸ਼ਰ। ਜੰਤ ਕਹਿੰਦੀ ਹੈ ਬਾਜੇ ਨੂੰ। ਹੁਣ ਬਾਜੇ ਵਿੱਚ 7-7 ਸੁਰਾਂ ਹੁੰਦੀਆਂ ਤੇ ਇਹਦੀ ਆਵਾਜ਼ ਉਹੀ ਨਿਕਲੂਗੀ ਜਿਹੜਾ ਰਾਗੀ ਸੁਰ ਨੂੰ ਨੱਪੂਗਾ। ਇਵੇਂ ਪਰਮੇਸ਼ਰ ਸਾਨੂੰ ਜਿਵੇਂ ਚਲਾਉਂਦਾ ਉਵੇਂ ਚੱਲੀ ਜਾਂਦੇ ਆ। ਜਿਨ੍ਹਾਂ 'ਤੇ ਕਿਰਪਾ ਹੁੰਦੀ ਆ ਉਹਨਾਂ ਤੋਂ ਸੇਵਾ ਲੈ ਲੈਂਦਾ ਹੈ, ਤੇ ਜਿਹੜੇ ਭਾਈ ਪਰਮੇਸ਼ਰ ਤੋਂ ਮਨੁੱਖਰ ਹੁੰਦੇ ਆ ਉਹਨਾਂ ਤੋਂ ਸੇਵਾ ਵੀ ਨਹੀਂ ਲੈਂਦਾ। ਕਈ ਵਾਰੀ ਮਲਕ ਭਾਗੋ ਦੀ ਰੋਟੀ ਨਹੀਂ ਖਾਧੀ, ਦੇਸੀ ਘਿਓ 'ਚ ਬਣੀ ਹੋਈ, ਔਰ ਲਾਲੋ ਦੇ ਘਰੇ ਰੋਜ਼ ਖਾਂਦੇ ਰਹੇ। ਕਹੋ ਸਤਨਾਮ ਸ੍ਰੀ। ਇਹ ਵੀ ਉਹਦੀ ਕਿਰਪਾ ਦੀ ਗੱਲ ਹੈ। ਮਹੱਲਾ ਤੀਜਾ। ਸਤਿਗੁਰੂ ਪਾਤਸ਼ਾਹ ਜੀ ਨੂੰ ਪੁੱਛਿਆ ਸੀ ਸਿੱਖਾਂ ਨੇ, ਮਹਾਰਾਜ ਸਾਡਾ ਸਿਰ ਕਿਵੇਂ ਲੇਖੇ ਲੱਗੇ? ਅਗਲਾ ਹੋਰ ਬਚਨ ਕਰਦੇ ਨੇ, ਮਨ ਵੇਕਾਰੀ ਵੇੜਿਆ ਵੇਕਾਰਾ ਕਰਮ ਕਮਾਏ। ਉਹਨਾਂ ਨੇ ਨਾਲ ਬਚਨ ਕੀਤਾ ਸੀ। ਕਈ ਲੋਕ ਕਹਿੰਦੇ ਆ ਹਰਿਦੁਆਰ ਆਰਾ ਲਿਖਿਆ, ਉੱਥੇ ਜਾ ਕੇ ਸਿਰ ਕਟਾ ਦਿਓ ਆਰੇ ਥੱਲੇ, ਸਾਰਾ ਕੁਝ ਉੱਥੇ ਦਾਨ ਪੁੰਨ ਕਰ ਦਿਓ ਤਾਂ ਇਹ ਲੇਖੇ 'ਚ ਲੱਗ ਜਾਂਦਾ ਹੈ। ਜਾਂ ਕਈ ਪੁਰਾਣੇ ਭਗਤ ਹੋਏ ਆ, ਉਹਨਾਂ ਨੇ ਦੇਵੀ ਦੇ ਚਰਨਾਂ ਵਿੱਚ ਆਪਣਾ ਸਿਰ ਵੱਢ ਕੇ ਕਲਮ ਕਰਕੇ ਧਰੇ ਆ, ਉਹ ਲੇਖੇ 'ਚ ਕਹਿੰਦੇ ਲੱਗ ਗਿਆ। ਜਾਂ ਫਿਰ ਕਹਿੰਦੇ ਜੰਗ ਦੇ ਮੈਦਾਨ ਵਿੱਚ ਸ਼ਹੀਦੀ ਪਾਉਣ ਵਾਲਾ ਸੂਰਮਾ ਵੀ ਆਪਣੇ ਆਪ ਨੂੰ ਸਮਝਦਾ ਕਿ ਮੇਰਾ ਜੀਵਨ ਲੇਖੇ ਲੱਗਿਆ। ਠੀਕ ਹੈ, ਸਾਰੀਆਂ ਗੱਲਾਂ ਠੀਕ ਹੈ, ਪਰ ਸਤਿਗੁਰੂ ਅਮਰਦਾਸ ਜੀ ਕਹਿੰਦੇ ਮਨੁੱਖ ਨੂੰ ਪਰਮੇਸ਼ਰ ਦੀ ਭਗਤੀ ਕਰਨੀ ਚਾਹੀਦੀ ਹੈ, ਕੁਦਰਤ ਮੁਤਾਬਕ ਗੁਰਮਤ ਮੁਤਾਬਕ ਚੱਲਣਾ ਚਾਹੀਦਾ। ਉਹਨਾਂ ਦਾ ਜੀਵਨ ਉਹਨਾਂ ਦਾ ਸਿਰ ਲੇਖੇ ਲੱਗਦਾ। ਨਹੀਂ ਤਾਂ ਜਿਨ੍ਹਾਂ ਦਾ ਮਨ ਵਿਕਾਰਾਂ ਵਿੱਚ ਫਸਿਆ ਹੋਇਆ, ਵੇੜਿਆ ਹੁੰਦਾ ਫਸਿਆ ਹੋਇਆ, ਬੇੜ ਬੰਨ੍ਹਣੀ, ਬੇੜ ਪੈਰਾਂ ਵਿੱਚ ਬੰਨ੍ਹ ਦਈਏ ਤੇ ਬੇੜੀ ਲੋਹੇ ਦੀ ਬੇੜੀ, ਵੇੜ ਘਾਹ ਦੀ, ਵੇੜਿਆ ਫਸਿਆ ਹੋਇਆ। ਇਹ ਮਨ ਵਿਕਾਰਾਂ ਵਿੱਚ ਫਸਿਆ ਹੋਇਆ ਬੇਕਾਰ ਕਰਮ ਹੀ ਕਰੀ ਜਾਂਦਾ। ਪੁੱਠੇ ਸਿੱਧੇ ਕੰਮਾਂ ਵਿੱਚ ਫਸਿਆ ਬੰਦਾ ਬੇਕਾਰ, ਕਾਰ ਸੇਵਾ ਚੰਗੇ ਕੰਮ, ਬੇਕਾਰ ਮਾੜੇ ਕੰਮ। ਇਹ ਮਾੜੇ ਕੰਮਾਂ ਦੇ ਵਿੱਚ ਫਸਿਆ ਹੋਇਆ ਦੂਜੇ ਭਾਏ ਅਗਿਆਨੀ ਪੂਜਦੇ ਉਸ ਪਰਮੇਸ਼ਰ ਨੂੰ ਤਿਆਗ ਕੇ ਮੂਰਤੀਆਂ ਪੂਜਣੀਆਂ, ਕਬਰਾਂ ਪੂਜਣੀਆਂ, ਉਹਨਾਂ ਦੇ ਚਰਨਾਂ ਵਿੱਚ ਸਿਰ ਧਰਨਾ, ਮੱਥੇ ਟੇਕਣੇ, ਉਹਨਾਂ ਨੂੰ ਦਰਗਾਹ ਮਿਲੇ ਸਜਾਏ। ਵੀ ਮਨੁੱਖ ਹੋ ਕੇ ਪਰਮੇਸ਼ਰ ਨੂੰ ਛੱਡ ਕੇ ਮੂਰਤੀ ਪੂਜਾ ਦਾ ਜਿਹੜੀ ਪੂਜਾ ਕਰਨੀ ਹੈ, ਇਹ ਸਿਰ ਲੇਖੇ ਲਾਉਣਾ ਨਹੀਂ, ਇਹ ਪਰਮੇਸ਼ਰ ਦੇ ਉਲਟ ਚੱਲਣਾ ਹੈ। ਪਾਤਸ਼ਾਹ ਕਹਿੰਦੇ ਪੂਜਾ ਅਕਾਲ ਕੀ ਪਰਚਾ ਸ਼ਬਦ ਕਾ ਦੀਦਾਰ ਖਾਲਸੇ ਕਾ। ਬੰਦੇ ਨੇ ਬਸ ਇਹ ਕੰਮ ਕਰਨੇ ਹਨ। ਜਿਹੜੇ ਪਰਮੇਸ਼ਰ ਨੂੰ ਤਿਆਗ ਕੇ ਦੂਜੇ ਭਾਏ ਭਾ ਧੋਏ ਭਰਮ ਭੁਲਾਣੀਆਂ ਦੂਜਾ ਲੱਗਾ ਹੇਤ। ਭਾਦੋਂ ਦੇ ਮਹੀਨੇ ਲਈ ਸਮਝਾਉਂਦੇ ਆ, ਕਹਿੰਦੇ ਪਰਮੇਸ਼ਰ ਨੂੰ ਤਿਆਗ ਕੇ ਜਿਹੜੇ ਹੋਰ ਕਿਤੇ ਜੁੜਦੇ ਹਨ, ਭਾ ਧੋਏ ਭਰਮ ਭੁਲਾਣੀਆਂ ਦੂਜਾ ਲੱਗਾ ਹੇਤ। ਲੱਖ ਸ਼ਿੰਗਾਰ ਬਣਾਇਆ ਕਾਰਜ ਨਾਹੀ ਕੇਤ। ਜਿਤ ਦਿਨ ਦੇ ਬਿਨਸ ਸੀ ਤਿਤ ਵੇਲੇ ਕੈਸਨ ਪ੍ਰੇਤ। ਪਕੜ ਚਲਾਇਨ ਦੂਤ ਜਮ ਕਿਸੇ ਨਾ ਦੇਣੀ ਭੇਤ। ਤੇ ਫਿਰ ਜਿਨ੍ਹਾਂ ਨੂੰ ਆਪਦੇ ਸਮਝਦਾ ਸੀ
वो पिछे हट गए। हथ मरोड़े तन कपै स्याहो होआ सेत। तो पातशाह कहते ਜਿਹੜੇ परमेश्वर ਨੂੰ ਛੱਡ ਕੇ मूर्ति पूजा आदि इन्हां कर्मकांडां पखंडां 'ਚ फसे हुए हैं उन्हां ਨੂੰ दरगाह भी सज़ा मिलूगी। याद रखियो तुसीं अपने ज्ञान का अपनी बुद्धि की वरतों नहीं की, गुरु की वेदां ग्रंथां की गल नहीं समझी जिन्हां ने। दूजे भाए अज्ञानी जिहड़े अज्ञानता विच द्वैत भाव विच फसे हुए न, दरगाह मिले सजाए। तो फिर किहनूं पूजीए? आत्मा देओ पूजीए। हुण मैं पिछे भी आपां एक शब्द आया सी आत्मा दे परथाए। पातशाह जी नूं पुछिया सी सिखां ने, महाराज पूजा किहदी करिए? तां उत्थे भी पातशाह ने कहा सीगा कि आत्मा की पूजा करिए। आत्मा की पूजा परमात्मा की पूजा है। हुण तुसीं कहोगे आत्मा की पूजा किहड़े फुल्लां नाल हुंदी है? तुसीं जा रहे हो किते रस्ते विच स्टेशन दे उत्ते किते ना किते एक माँ बैठी आ, उहदा भुखा बच्चा रो रहा। तुसीं माँ नूं भावें कुछ नहीं खवाया पर बच्चे नूं कुछ खाण नूं दे दिता तो बच्चा चुप कर गया, खुश हो गया, तो उस बच्चे तो ज़्यादा खुशी उहदी माँ नूं मिलदी। कहो सतनाम। इसे तरह असी परमेश्वर दियां रूहां की जब सेवा करांगे, जिवें आह बीमारी का समय है तो बहुत सारे लोग सेवा च लगे हुए हैं, ये आत्मा की सेवा है, ये आत्मा की पूजा है। कहो सतनाम श्री। कोशिश करती है दुनिया भी किसी ना किसी तरह किसी की जान बचाई जाए। कोई लंगर की सेवा करता है, कोई ऑक्सीजन की सेवा करता है, कोई पैसे भेजदा है, कोई दवाइयाँ भेजदा है। वह तो जिहदी मौत आ गई लिखी है उन्हें मरना ही है, पर अपने वालों कोशिश जारी रहे। कहो सतनाम श्री। आपां सेवा नहीं छड्डनी। सतगुर की यह दिती हुई दात सिख पंथ विच है और सिख पंथ सब तो अगे मोहरी होकर सेवा कर रहा है। कहो सतनाम श्री। जदों भी कोई आफत का कुदरती आफत का समा आउंदा है तो जिथे होर लोग सेवा करते उत्थे गुरु के सिंह गुरु के सिख भी इस कर्म दे विच हिस्सा पाउंदे आ जरूर, क्योंकि सानू तो गुरु का हुक्म ही है ना। प्रगटियो खालसा परमात्मा की मौज, खालसा पार ब्रह्म की फौज। ते फौज काहदे वास्ते बनाई है? भारत की फौज जो देश ते कोई विपता आउंदी है तो देश की रक्षा करती है। तो परमेश्वर की फौज है खालसा। तो परमेश्वर का राज किहड़े देश च भला? सारे देशों च ही है। तो खालसा फौज सारे देशों की ही संभाल करने वास्ते बनाई गई है। कहो सतनाम श्री। जिन्होंने दुनिया खालिस्तान कहती है ना, मैं तो कहना सारी दुनिया खालिस्तान होवे। खालिस्तान का अर्थ की है? जिहड़ा भाई भगत रविदास जी ने कहा, बेगमपुरा शहर को नाओ, दुख अंदोह नहीं ते ठाओ। ना जिथे कोई दुख होवे, ना चिंता होवे, ना तसवीस खराज ना माल, ना किसी ते टैक्स लगे, ना किसी नूं हाला मामला देना पवे, खौफ न खता न तरस जवाल, ना कोई किसी नूं डरावे ना कोई डरे। मैं तो कहना इहो जिहा खालिस्तान सारी दुनिया ही बन जाए। दुनिया भी कहती है, मैं कला नहीं कहना। अज जो पिछे करोना दे विच पहली बार जो पिछले साल आया, उदों गुरु घरां दे विचों जब सेवा निकली, सारे देशों के विच जदों ये बीमारी भयानक फैली सी, ते गुरुद्वारे हरेक देश विच है, हरेक शहर विच है। सिखां ने फिर गुरु घरां दे विच पई माया संगतां दी सेवा विच लाउणी शुरू कीती जदों, ते उदों बाहरले देशों के प्रधान मंत्रियों ने सियाणे बंदियां ने यह कह दिता भी गुरुद्वारा तो हर शहर शहर होना चाहिए। यार यही तो दुनिया नूं संभाल रहा है अज करोना के समय दे विच। इसे नूं बेगमपुरा कहा है भगत रविदास जी ने कि इहो जिहा देश बन जाए किते। तो गुरु साहब भी तो उहो जिहे बनाउणा चाहुंदे आ खालसा, जिहदे विच कोई नशा ना होवे, जिहदे विच कोई विषय वकार ना होवे, वधिया बंदा होवे, सब दा प्यार होवे, खौफ न खता न तरस जवाल। आमोए खूब वतन गए पाई, ऊहा खैर सदा मेरे भाई। इहो जिहा देश होवे।
ਤੇ ਖਾਲਸ ਦਾ ਅਰਥ ਹੈ ਪਵਿੱਤਰ, ਖਾਲਸ ਦਾ ਅਰਥ ਹੈ ਓਰੀਜਨਲ, ਜਿਹਦੇ ਵਿੱਚ ਕੋਈ ਮਿਲਾਵਟ ਨਹੀਂ ਹੈ। ਸਥਾਨ ਦਾ ਅਰਥ ਹੈ ਜਗ੍ਹਾ, ਤੇ ਸਾਰੇ ਹੀ ਜਗ੍ਹਾ ਦੇ ਉੱਤੇ ਖਾਲਸਤਾ ਪਵਿੱਤਰਤਾ ਆ ਜਾਵੇ। ਮੈਂ ਤਾਂ ਕਹਿਣਾ ਬਾਣੀ ਤਾਂ ਇਹ ਚਾਹੁੰਦੀ ਆ, ਰਵਿਦਾਸ ਜੀ ਇਹ ਚਾਹੁੰਦੇ ਆ। ਆਮੋਏ ਖੂਬ ਵਤਨ ਗਏ ਪਾਈ ਊਹਾਂ ਖੈਰ ਸਦਾ ਮੇਰੇ ਭਾਈ। ਅਖੀਰ ਤੇ ਭਗਤ ਜੀ ਕਹਿੰਦੇ ਹੁਣ ਮੈਨੂੰ ਉਹ ਦੇਸ਼ ਮਿਲ ਗਿਆ ਜਿੱਥੇ ਸਦਾ ਹੀ ਖੈਰ ਆ, ਮਤਲਬ ਸੁੱਖ ਹੈ। ਤਾਂ ਆਪਾਂ ਗੱਲ ਕਰ ਰਹੇ ਸੀ, ਆਤਮ ਦੇਉ ਪੂਜੀਐ ਬਿਨ ਸਤਿਗੁਰ ਬੂਝ ਨਾ ਪਾਏ। ਆਤਮਾ ਨੂੰ ਕਿਵੇਂ ਪੂਜੀਏ? ਭੁੱਖੇ ਨੂੰ ਪ੍ਰਸ਼ਾਦਾ ਛਕਾ ਕੇ ਆਤਮਾ ਦੀ ਪੂਜਾ। ਕਹੋ ਸਤਨਾਮ ਸ੍ਰੀ। ਜਦ ਪੰਡਤਾਂ ਨੂੰ ਸਤਿਗੁਰੂ ਮਿਲੇ ਹਰਿਦੁਆਰ ਦੇ ਇਲਾਕੇ ਜਾ ਕੇ ਬਾਬਾ ਨਾਨਕ ਜੀ, ਤਾਂ ਉਹ ਹਵਨ ਕਰ ਰਹੇ ਸੀਗੇ, ਤੇ ਹਵਨ ਦੇ ਵਿੱਚ ਬੇਅੰਤ ਦੇਸੀ ਘਿਓ, ਖੋਪਾ, ਤੇਲ, ਪਤਾ ਨਹੀਂ ਕੀ ਕੁਝ ਖਾਣ ਵਾਲੀਆਂ ਚੀਜ਼ਾਂ ਅੱਗ ਵਿੱਚ ਪਾ ਰਹੇ ਸੀ। ਬਾਬਾ ਜੀ ਨੂੰ ਇਹ ਗੱਲ ਚੰਗੀ ਨਾ ਲੱਗੀ। ਉਹ ਕਹਿੰਦੇ ਯਾਰ ਤੁਸੀਂ ਇਹ ਅਗਨ ਹੋਮ ਕਰਦੇ ਹੋ, ਹਾਂ ਇਹਦਾ ਕੀ ਫਾਇਦਾ? ਕਹਿੰਦੇ 33 ਕਰੋੜ ਦੇਵਤਾ ਖੁਸ਼ ਹੋ ਜਾਊਗਾ ਜਦੋਂ ਇਹ ਚੀਜ਼ ਮੱਚੂਗੀ, ਇਹਦੀ ਖੁਸ਼ਬੂ ਜਾਊਗੀ ਉੱਪਰ ਨੂੰ। ਉਹ ਬਾਬਾ ਜੀ ਕਹਿੰਦੇ ਭਲੇ ਹੋ, ਇਹ ਖਾਣ ਵਾਲੀਆਂ ਵਸਤੂਆਂ ਭੁੱਖਿਆਂ ਨੂੰ ਛਕਾ ਰਹੇ ਹੋ। ਉਹ ਬੰਦੇ ਦੇ ਵਿੱਚ ਹੀ 33 ਕਰੋੜ ਦੇਵਤਾ ਹੈ। ਜਦ ਬੰਦੇ ਦੀ ਆਤਮਾ ਖੁਸ਼ ਹੋ ਗਈ, ਸਭ ਕੁਝ ਖੁਸ਼ ਹੋ ਗਿਆ। ਕਹੋ ਸਤਨਾਮ ਸ੍ਰੀ। ਤੁਸੀਂ ਬ੍ਰਹਮ ਹੋਮ ਕਰੋ। ਬ੍ਰਹਮ ਹੋਮ ਕਿਹੜਾ? ਭੁੱਖੇ ਨੂੰ ਪ੍ਰਸ਼ਾਦਾ ਛਕਾਉਣਾ, ਲੋੜਵੰਦਾਂ ਦੀ ਮਦਦ ਕਰਨੀ, ਇਹ ਹੈ ਆਤਮਾ ਦੀ ਪੂਜਾ। ਆਤਮ ਦੇਉ ਪੂਜੀਐ ਬਿਨ ਸਤਿਗੁਰ ਬੂਝ ਨ ਪਾਏ। ਇਹਦੀ ਗੱਲ ਗੁਰੂ ਦੀ ਸੰਗਤ ਵਿੱਚੋਂ ਸਮਝ ਆਊਗੀ, ਆਤਮਾ ਦੀ ਪੂਜਾ ਕਰਨੀ ਕਿਵੇਂ ਆ। ਇਹ ਬਾਬੇ ਨਾਨਕ ਨੇ ਸਿਖਾਈ ਹੈ ਸਾਨੂੰ। ਜਪ ਤਪ ਸੰਜਮ ਭਾਣਾ ਸਤਿਗੁਰੂ ਕਾ ਕਰਮੀ ਪੱਲੇ ਪਾਏ। ਗੁਰੂ ਦੇ ਭਾਣੇ ਵਿੱਚ ਰਹਿਣਾ, ਜਪ ਤਪ ਕਰਨਾ, ਸੰਜਮ ਸਬਰ ਸੰਤੋਖ 'ਚ ਰਹਿਣਾ। ਇੱਕ ਬੀਬੀ ਹੋਈ ਆ ਮੁਸਲਮਾਨੀ ਮੱਤ ਵਿੱਚ, ਉਹ ਕਹਿੰਦੇ ਮੱਕੇ ਨੂੰ ਚੱਲੀ ਹੱਜ ਕਰਨ ਵਾਸਤੇ। ਇੱਕ ਦਿਨ ਉਹਦੇ ਪੱਲੇ ਵੀ 4 ਪ੍ਰਸ਼ਾਦੇ ਬੰਨੇ ਹੋਏ ਆ। ਜਦੋਂ ਦੁਪਹਿਰੇ ਭੁੱਖ ਲੱਗਣੀ ਆ ਉਦੋਂ ਛਕਣੇ ਆ। ਤੁਰਦੇ ਜਾਂਦੇ ਆ ਲੋਕ ਮੱਕੇ ਵਾਲੇ, ਅੱਜ ਕੱਲ੍ਹ ਜਹਾਜ਼ ਬਣ ਗਏ, ਉਹ ਤੁਰ ਕੇ ਜਾ ਰਹੀ ਆ। ਦੁਪਹਿਰਾ ਹੋਇਆ, ਕਿਤੇ ਛਾਵੇਂ ਬੈਠ ਕੇ ਰੋਟੀ ਖਾਣ ਲੱਗੀ, ਨੇੜੇ ਕਿਤੇ ਸੋਈ ਹੋਈ ਕੁੱਤੀ ਬੈਠੀ ਸੀ। ਕਹੋ ਸਤਨਾਮ ਸਿੰਘ। ਕਿਉਂਕਿ ਇਹ ਜਾਨਵਰ ਵੀ ਬੰਦੇ ਦਾ ਆਸਰਾ ਭਾਲਦੇ ਆ। ਜਦ ਉਹਨੂੰ ਪਤਾ ਲੱਗਿਆ ਵੀ ਰੋਟੀ ਖਾ ਰਹੀ ਹੈ ਮਾਈ, ਤੇ ਭੱਜ ਕੇ ਕੋਲੇ ਆਈ, ਪੂਛ ਮਾਰੀ, ਤੇ ਉਸਨੇ ਖਾਂਦਿਆਂ ਖਾਂਦਿਆਂ ਇੱਕ ਰੋਟੀ ਉਹਨੂੰ ਪਾਤੀ। ਉਹਨੇ ਬੜੀ ਤੇਜ਼ੀ ਨਾਲ ਖਾ ਗਈ, ਫਿਰ ਹੋਰ ਮੰਗੀ, ਉਹਨੇ ਇੱਕ ਹੋਰ ਪਾਤੀ। ਗੱਲ ਮੁਕਾਓ ਕਿ 4 ਪ੍ਰਸ਼ਾਦਿਆਂ 'ਚੋਂ ਬੀਬੀ ਨੇ ਮਸਾਂ ਹੌਲੀ ਹੌਲੀ ਇੱਕ ਖਾਧਾ, 3 ਉਹ ਖਾ ਗਈ। ਫਿਰ ਉਹਨੂੰ ਭੁੱਖ ਲੱਗੀ ਸੀ, ਤੁਰਿਆ ਗਿਆ ਨਾ, ਉੱਥੇ ਬਹਿ ਗਈ ਗਾਹਾਂ ਕਿਤੇ ਜਾ ਕੇ, ਨਾ ਤੁਰਿਆ ਗਿਆ। ਕਹਿੰਦੇ ਮੱਕੇ ਵਾਲਾ ਪੀਰ ਜਿਹੜਾ ਉੱਥੇ ਦਰਸ਼ਨ ਦੇਣ ਆ ਗਿਆ। ਕਹੋ ਸਤਨਾਮ ਸ੍ਰੀ। ਮਤਲਬ ਕੀ ਹੈ? ਵਿੱਚ ਸੰਗਤ ਹਰ ਭਾ ਵਸੈ ਜੀਓ। ਇਸ ਸ੍ਰਿਸ਼ਟੀ ਦੇ ਵਿੱਚ ਹੀ ਪਰਮੇਸ਼ਰ ਦਾ ਵਾਸਾ ਹੈ। ਉਹਨੂੰ ਕਿੱਥੇ ਲੱਭਦੇ ਹੋ? ਘਟ ਘਟ ਮੈਂ ਹਰ ਜੂ ਵਸੈ, ਸੰਤਨ ਕਹਿਓ ਪੁਕਾਰ। ਸਾਰੀ ਦੁਨੀਆ ਵਿੱਚ ਹੀ ਉਹਦਾ ਵਾਸਾ ਹੈ। ਸਾਚ ਕਹੋ ਸੁਣ ਲਿਓ, ਸਭ ਹੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਜਿਹੜਾ ਸ੍ਰਿਸ਼ਟੀ ਨਾਲ, ਕੁਦਰਤ ਨਾਲ, ਤੁਸੀਂ ਫੁੱਲਾਂ ਨਾਲ ਵੀ ਪਿਆਰ ਕਰ ਸਕਦੇ ਹੋ। ਜੇ ਫੁੱਲਾਂ ਨਾਲ ਪਿਆਰ ਕਰੋਗੇ, ਫੁੱਲ ਤੁਹਾਨੂੰ ਉਹਦਾ ਵਾਪਸੀ ਦੇਣਗੇ। ਫੁੱਲਾਂ ਨੂੰ ਪਿਆਰ ਕੀ ਹੈ? ਸਵਾਰਨਾ, ਪਾਣੀ ਪਾਉਣਾ, ਗੋਡੀ ਕਰਨੀ, ਤੇ ਫੁੱਲ ਵਾਪਸੀ ਖੁਸ਼ਬੂ ਨਹੀਂ ਦੇਊਗਾ ਸਾਨੂੰ। ਕੋਈ ਸਤਨਾਮ ਸ੍ਰੀ। ਇਸ ਕਰਕੇ ਚਾਹੇ ਜਾਨਵਰ ਕੋਈ ਬੋਲਦਾ ਨਹੀਂ, ਚਾਹੇ ਬਨਸਪਤੀ ਬੋਲਦੀ ਨਹੀਂ, ਪਰ ਜੇ ਤੁਸੀਂ ਇਹਦੀ ਸੇਵਾ ਕਰੋਗੇ, ਇਹ ਫਲ ਤੁਹਾਨੂੰ ਵਾਪਸ ਦਿੰਦੇ ਆ। ਆਕਸੀਜਨ ਜਿਹੜੀ ਅੱਜ ਮੁੱਲ ਮਿਲਦੀ ਆ ਨਾ, ਤੇ ਅਸੀਂ ਕੀ ਕੀਤਾ? ਦਰਖਤ ਪੱਟ ਪੱਟ ਕੇ ਢੇਰ ਲਾਤੇ। ਕਹੋ ਸਤਨਾਮ। ਸੜਕਾਂ ਤਾਂ ਚੌੜੀਆਂ ਕਰਤੀਆਂ ਦਰਖਤ ਪੱਟ ਕੇ, ਲੱਖਾਂ ਦੀ ਗਿਣਤੀ 'ਚ। ਉਹਨਾਂ ਸਮਿਆਂ ਵਿੱਚ ਜਦੋਂ ਇਹ ਸੜਕਾਂ ਚੌੜੀਆਂ ਹੋ ਰਹੀਆਂ ਨਾ, ਮੈਂ ਸਾਈਡਾਂ ਤੋਂ ਵੇਖੇ ਸੀ ਕਿੰਨੇ ਦਰਖਤ ਐ ਲੰਮੇ ਪਏ ਸੀ ਵੱਡੇ। ਆ ਜਿਵੇਂ ਹੁਣ ਬੰਦੇ ਪਏ ਆ ਕਰੋਨਾ ਨਾਲ ਵੱਡੇ ਹੋਏ, ਆਈ ਦਰਖਤ ਪਏ ਸੀ ਉਦੋਂ। ਕਹੋ ਸਤਨਾਮ ਸੀ। ਜਿਵੇਂ ਕਰੋਨਾ ਨਾਲ ਕਈ ਹਸਪਤਾਲਾਂ ਦੇ ਵਿੱਚ, ਮੋਰਚਰੀ ਵਿੱਚ, ਜਿੱਥੇ ਬੰਦੇ ਨੂੰ ਚੈੱਕ ਕੀਤਾ ਜਾਂਦਾ ਵੀ ਕਿਉਂ ਮਰਿਆ, ਕਿਵੇਂ ਮਰਿਆ, ਉਹਨਾਂ ਕਮਰਿਆਂ ਵਿੱਚ ਆਏ ਦਰਖਤਾਂ ਦੇ ਪੇਡਿਆਂ ਵਾਂਗੂ ਮਨੁੱਖ ਪਏ ਨਾ। ਤੇ ਕਿਸੇ ਵੇਲੇ ਦਰਖਤ ਪਏ ਸੀ ਇੱਦਾਂ ਸੜਕ 'ਤੇ ਵੱਡੇ ਹੋਏ,
ये तो जैसे को तैसा लेने को देना है। को सतनाम श्री। जे असी बनस्पति दरख्तां की सेवा करांगे फिर असी क्यों मरांगे? सड़कां तो चौड़ियां करतियां पर सड़कां ते तुरन वाले तो मरदे जांदे आ। इहदा मतलब सानू दरख्त दुबारे लाने पैणगे। को सतनाम श्री। दरख्तां में जीवन है साडा, कुदरत भी जीवन है। कुदरत करके वसिया सोए, वक्त विचारे सो बंदा होए। ते दरख्त पट्टे जिहड़े 100 200 400 सालां दे सीगे, वड्डे वड्डे बोहड़ अते पिपल 24 घंटे आक्सीजन छड्डदे है। इसे करके किसी समय सियाणियां ने कहा होगा बई पिपल नूं कच्ची लस्सी पाया करो। मकसद तां सीगा उहनूं पानी पाउण दा ही, पर लोग कर्मकांडां 'च फसे सीगे। चलो इस बहाने वो दरख्त हरे भरे होए तकड़े होए तो सानू किन्ने वड़ वड़ के सड़ते। गुरु कृपा करन। ये आत्मा दी कतल है, ये आत्मा दी गुरु प्यारियों मारना है। मेरे प्रीतम जी कहते इस करके सिखो आत्मा नू पूजीए। ये गुरु नू पुछो। तो गुरु ने तो जपजी साहब दे विच ही कह दिता, पावन गुरु पानी पिता माता धरत महत। ते बंदे ने तिन्ने खराब करतियां ते जे बचू कित्थों? ये मां नू भी बेअदब किया, प्यो पानी नू भी बेअदब किया, ते हवा नू भी बेअदब किया। गुरु तीन ही वड्डे आ बंदे दे, गुरु मां ते प्यो। कली हवा पानी धरती खराब नहीं की, मनुख ने मां प्यो की इज्जत भी छड्डती आ संसारी तौर पर। गुरु नू भी समझना छड्ड दिता है। मोबाइल हथ च आ गया, मोबाइल सारा दिन वेख सकता, पर जपजी साहब 15 मिनट नहीं करता गा। कहो सतनाम श्री। गुरु की माँ प्यो की बेअदबी करने दे नाल मनुख नूं उही फल मिलना है। इस करके आत्मा देओ पूजी है। सारे थावां ते आत्मा का वासा है। गुरु नूं पुछो किवें पूजना है, किवें? गुरु कहंदा जप तप संजम भाणा सतगुरु का। जप तप करो, सबर संतोख विच रहो, गुरु दे भाणे विच रहो। करमी पल्ले पाए पर ये चीज़ां मिलणगियां वड्डे भागां नाल ही। वडभागी सतसंगत पावै, भागहीन भरम चोटां खावै। बिन भागा सतसंग न लभै, बिन संगत मैल भरीजै जीओ। बाबा जी कहंदे वड्डे भागां नाल जप तप संजम अते परमेश्वरा भाणा मनना कोई सौखा नहीं गा। ये भी वड्डे भागां नाल ही समझ आउंदी है किवें मनना। नानक सेवा सुरत कमावनी। ते जे भी सेवा करनी है वह सुरत नाल करनी है। अकली साहब सेवी है, अकली पाई है मान। सेवा तो करनी है, पर किते शराबियां नूं नशेड़ियां नूं पैसे दे दोगे, उन्होंने तो जिंदगी बर्बाद करनी है नशा खा के। इस करके इत्थे अकल की भी लोड़ है। अकली साहब सेवी है, अकली पाई है मान। अकली पढ़ के बुझी है, अकली कीचे दान। पैसा देने की बजाय किसी दी नंगे नूं कपड़ा दवा दिओ, पैरों तो नंगे नूं जोड़े दवा दिओ, भुखे नूं प्रशादा छका दिओ। मेरा ख्याल है ये सही होवेगा। कहो सतनाम श्री। उहदी डायरैक्ट लोड़ पूरी कर दिओ पैसे देने की बजाय। हो सकता है कि नशेड़ी जिहड़ा हो उन्हां तुहाडे पैसिਆਂ नूं नशे ते वरत के, तमाकू खा के, जर्दा खा के जां कोई नशा खा के जिंदगी बर्बाद करे। इस करके सेवा सुरत। नानक सेवा सुरत कमावनी, जो हर भावै सो थाए पाए। सुरत नाल सेवा करिए, ध्यान नाल करिए। जिवें भाई कन्हैया जी करते सी इदां करिए। वो भी जिंदगी दे रहे हैं सब नूं पानी पिया के। असी जिंदगी देने की कोशिश करिए, भावें देनी परमेश्वर ने है, लैनी परमेश्वर ने है। पर लोड़ बंदा नहीं, जिवें अज बीमारी के दौर में मदद की जा रही है, इहो ही तो परमेश्वर का हुक्म है। कुदरत के विच ही वो वसिया होया है। कुदरत करके वसिया सोए। फैक्ट्रियां ला रहे ऑक्सीजन तैयार करन दियां, परमेश्वर दियां लाइया फैक्ट्रियां पट के क्यों ना दरख्त ला दिए, ये ऑक्सीजन आटोमैटिक ही पावरफुल हो जानी है। कोई सतनाम। वल के नवीं फैक्ट्रियां लाने वास्ते दरख्त पट्टे जा रहे हैं। पहला लगियां फैक्ट्रियां पट्टियां जा रही हैं, नवीं ला रही हैं। कोई परमेश्वर ने पहला ही फैक्ट्री बनाई है। बोर्ड ते पिपल 24 घंटे ऑक्सीजन देंदे है। दूजे दरख्त दिने ऑक्सीजन देंदे आ, रात को कार्बन तुहाडी छड्डी होई वो ग्रहण करते हैं। इस करके सवेर का वातावरण सैर करने वास्ते वधिया है। कहो सतनाम। जिन्नी असी दिने कार्बन डाइऑक्साइड छड्डी आ, वो सारी रात को दरख्तां ने खिंच लेनी है।
ਜਦੋਂ ਸੂਰਜ ਚੜ੍ਹ ਗਿਆ ਉਹਨਾਂ ਨੇ ਉਹ ਸਾਈਡ ਬੰਦ ਕਰਕੇ ਦੂਜੀ ਖੋਲ੍ਹ ਦੇਣੀ ਆ, ਆਕਸੀਜਨ ਛੱਡਣੀ ਸ਼ੁਰੂ ਕਰ ਦੇਣੀ ਆ। ਕੋਈ ਸਤਨਾਮ, ਸੂਰਜ ਦੇ ਹਿਸਾਬ ਨਾਲ ਚੱਲਦੀ ਆ ਕੁਦਰਤ। ਇਸ ਕਰਕੇ ਲੋੜ ਹੈ ਸਾਨੂੰ ਇਸ ਪਾਸੇ ਧਿਆਨ ਦੇਣ ਦੀ। ਬਾਬਾ ਜੀ ਕਹਿੰਦੇ ਨਾਨਕ ਸੇਵਾ ਸੁਰਤ ਕਮਾਵਨੀ, ਜੋ ਹਰ ਭਾਵੈ ਸੋ ਥਾਏ ਪਾਏ ਪੌੜੀ। ਹਰ ਹਰ ਨਾਮ ਜਪੋ ਮਨ ਮੇਰੇ, ਆ ਮੇਰੇ ਮਨ ਹਰੀ ਦਾ ਸਿਮਰਨ ਕਰੀਏ। ਜਿਤ ਸਦਾ ਸੁਖ ਹੋਵੇ ਦਿਨ ਰਾਤੀ, ਜਿਹਦਾ ਸੁਖ ਦੇਣ ਵਾਲਾ ਹੈ। ਹਰ ਹਰ ਨਾਮ ਜਪੋ ਮਨ ਮੇਰੇ, ਹਰੀ ਦਾ ਸਿਮਰਨ ਕਰਿਆ ਕਰ। ਜਿਤ ਸਿਮਰਤ ਸਭ ਕਿਲ ਵਿਖ ਪਾਪ ਲਹਾਤੀ, ਜਿਨ੍ਹਾਂ ਨੇ ਤੇਰੀ ਬੁੱਧੀ ਨੂੰ ਸੈੱਟ ਕਰਕੇ ਤੇਰੀ ਮਾੜੀ ਸੋਚ ਨੂੰ ਖਤਮ ਕਰਨਾ। ਕਿਲ ਵਿਖ ਕਹਿੰਦੇ ਆ ਪਾਪ, ਪਾਪਾਂ ਨੂੰ ਖਤਮ ਕਰਨਾ। ਤੇ ਲੋਕਾਂ ਨੂੰ ਸੁਣੇ ਪਾਪ ਕਿਵੇਂ ਖਤਮ ਹੋਣਗੇ? ਤੇ ਲੋਕਾਂ ਨੇ ਗੰਗਾ ਵਿੱਚ ਆਦਿ ਦਰਿਆਵਾਂ ਵਿੱਚ ਨਹਾ ਕੇ ਪਾਪ ਖਤਮ ਕਰਨ ਦੀ ਕੋਸ਼ਿਸ਼ ਕੀਤੀ। ਬਾਬਾ ਜੀ ਕਹਿੰਦੇ ਦਿਮਾਗ ਬਦਲੋ। ਜਿਵੇਂ ਸੱਜਣ ਠੱਗ ਦੀ ਸੋਚ ਬਦਲੀ ਆ, ਜਿਵੇਂ ਕੌਡੇ ਰਾਖਸ਼ ਦਾ ਉਧਾਰ ਕੀਤਾ, ਜਿਵੇਂ ਭੂਮੀਏ ਚੋਰ ਦੀ ਸੋਚ ਬਦਲੀ ਆ। ਗੁਰਬਾਣੀ ਸਾਡੀ ਸੋਚ ਬਦਲ ਕੇ ਪਾਪਾਂ ਨੂੰ ਖਤਮ ਕਰਦੀ ਹੈ, ਦੁਨੀਆ ਨਹਾ ਕੇ ਖਤਮ ਕਰਦੀ ਆ। ਕੋਈ ਸਤਨਾਮ, ਨਹਾਉਣਾ ਤਾਂ ਸਰੀਰ ਦਾ ਹੈ, ਪਾਪ ਤਾਂ ਸੋਚ 'ਚੋਂ ਹੁੰਦੇ ਆ, ਦਿਮਾਗ 'ਚੋਂ ਹੁੰਦੇ ਆ। ਭਰੀ ਆ ਮੱਤ ਪਾਪਾ ਕੇ ਸੰਗ, ਉਹ ਧੋਪੈ ਨਾ ਆਵੈ ਕੇ ਰੰਗ। ਬਾਬਾ ਜੀ ਕਹਿੰਦੇ ਹਰ ਹਰ ਨਾਮ ਜਪੋ ਮਨ ਮੇਰੇ, ਸਭ ਕਿਲ ਵਿਖ ਹਰ ਜਿਤ ਸਿਮਰਤ ਸਭ ਕਿਲ ਵਿਖ ਪਾਪ ਲਹਾਤੀ। ਹਰ ਹਰ ਨਾਮ ਜਪੋ ਮਨ ਮੇਰੇ, ਜਿਤ ਦਾਲ ਦੁੱਖ ਭੁੱਖ ਸਭ ਲੈ ਜਾਤੀ। ਹਰੀ ਦੇ ਨਾਮ ਜਪਿਆ ਦਲਿਦਰੀ, ਆਲਸ, ਦੁੱਖ, ਭੁੱਖ ਇਹ ਵੀ ਖਤਮ ਹੋ ਜਾਣਗੇ। ਹਰ ਹਰ ਨਾਮ ਜਪੋ ਮਨ ਮੇਰੇ, ਮੁਖ ਗੁਰਮੁਖ ਪ੍ਰੀਤ ਲਗਾਤੀ। ਹਰੀ ਦਾ ਨਾਮ ਜਪਿਆ ਕਰੀਏ ਮੂੰਹ ਦੇ ਨਾਲ, ਤਾਂ ਗੁਰਮੁਖਾਂ ਦੇ ਨਾਲ, ਗੁਰਸਿੱਖਾਂ ਦੇ ਨਾਲ ਤੇਰਾ ਪਿਆਰ ਪੈ ਜਾਊਗਾ। ਨਾਮ ਜਪਣ ਵਾਲੇ ਨਾਲ ਪਿਆਰ ਕਰਦੇ ਆ ਨਾ, ਸਤਿਕਾਰ ਕਰਦੇ ਆ ਉਹਨਾਂ ਦਾ, ਤੇਰਾ ਉਹਨਾਂ ਦੇ ਨਾਲ ਸੰਗਤ ਹੋ ਜੂ, ਪਿਆਰ ਪੈ ਜਾਊਗਾ। ਜਿਤ ਮੁਖ ਭਾਗ ਲਿਖਿਆ ਤੁਰ ਸਾਚੇ, ਹਰ ਤਿਤ ਮੁਖ ਨਾਮ ਜਪਾਤੀ। ਬਈ ਪ੍ਰਚਾਰ ਤਾਂ ਕਰਨਾ ਹੀ ਆ, ਗੁਰੂਆਂ ਨੇ ਵੀ ਕੀਤਾ, ਮੈਂ ਵੀ ਕੀਤਾ, ਪਰ ਫਿਰ ਅਖੀਰ ਤੇ ਬਾਬਾ ਜੀ ਕਹਿੰਦੇ ਇਹ ਵੀ ਦਾਤ ਪਰਮੇਸ਼ਰ ਦੀ ਕਿਰਪਾ ਤੋਂ ਬਗੈਰ ਥੋੜ੍ਹਾ ਮਿਲਦੀ ਆ। ਹੁਣ ਤੁਸੀਂ ਇੱਥੇ ਆ ਕੇ ਬੈਠੇ ਹੋ, ਇਹ ਤੁਹਾਡੇ ਤੇ ਕਿਰਪਾ ਹੀ ਆ ਨਾ। ਨਹੀਂ ਤਾਂ ਇਸ ਹਾਜ਼ਰ ਆਸੇ ਪਾਸੇ ਕਿੰਨੇ ਲੋਕ ਬਾਹਰ ਬੈਠੇ ਸੁਣਦੇ ਹੋਣਗੇ, ਪਰ ਅੰਦਰ ਆਉਣ ਨੂੰ ਜੀ ਨਹੀਂ ਕਰਦਾ। ਕੋਈ ਸਤਨਾਮ, ਬਿਨ ਭਾਗਾ ਸਤਸੰਗ ਨਾ ਲੱਭੈ। ਆਖਰੀ ਪੰਕਤੀ ਵਿੱਚ ਬਾਬਾ ਜੀ ਕਹਿੰਦੇ ਜਿਨ੍ਹਾਂ ਦੇ ਮੱਥੇ ਦੇ ਭਾਗ ਵੱਡੇ ਹੁੰਦੇ ਐ, ਜਿਤ ਮੁਖ ਭਾਗ ਲਿਖਿਆ ਧੁਰ ਸਾਚੈ, ਹਰ ਤਿਤ ਮੁਖ ਨਾਮ ਜਪਾਤੀ। ਉਹਨਾਂ ਹੀ ਮੂੰਹਾਂ ਦੇ ਵਿੱਚੋਂ ਪਰਮੇਸ਼ਰ ਦਾ ਨਾਮ ਨਿਕਲਦਾ। ਜਿਵੇਂ ਇੱਕ ਬਜ਼ੁਰਗ ਨੂੰ ਕੋਸ਼ਿਸ਼ ਕਰ ਲਈ ਲੋਕਾਂ ਨੇ, ਬਈ ਤੂੰ ਰਾਮ ਰਾਮ ਕਹਿ ਲੈ ਆਖਰੀ ਸਮੇਂ, ਉਹ ਰਾਮ ਰਾਮ ਹੀ ਨਾ ਕਹੇ, ਕਿਉਂਕਿ ਬਚਪਨ ਤੋਂ ਲੈ ਕੇ ਹੀ ਉਹਦੀ ਜ਼ਿੰਦਗੀ ਇਹੋ ਜਿਹੀ ਗੁਜ਼ਰੀ, ਸੁਭਾਅ ਦੀ ਇਹੋ ਜਿਹੀ ਸੀਗਾ। ਕਹਿੰਦੇ ਉਹਨਾਂ ਦੇ ਰਿਸ਼ਤੇਦਾਰਾਂ ਨੇ ਸੋਚਿਆ ਵੀ ਯਾਰ ਇਹਨਾਂ ਦੇ ਜਵਾਈ ਦਾ ਨਾਂ ਰਾਮ ਹੈ, ਆਪਾਂ ਉਹਨੂੰ ਸੱਦੀਏ। ਤੇ ਵੱਡੀ ਕੁੜੀ ਨੂੰ ਸੁਨੇਹਾ ਭੇਜਤਾ ਵੀ ਤੁਹਾਡਾ ਬਜ਼ੁਰਗ ਢਿੱਲਾ ਭਾਈ, ਤੇ ਤੁਸੀਂ ਮਿਲਣ ਵਾਸਤੇ ਆ ਜਾਓ ਤੇ ਆਖਰੀ ਦਰਸ਼ਨ ਕਰ ਲਓ। ਉਹ ਆ ਗਏ, ਬੀਬੀ ਨੇ ਮੱਥਾ ਟੇਕਿਆ ਬਾਪੂ ਨੂੰ, ਫਿਰ ਪ੍ਰਾਹੁਣਾ ਵੀ ਸਾਹਮਣੇ ਆ ਗਿਆ। ਉਹ ਰਿਸ਼ਤੇਦਾਰ ਕਹਿੰਦੇ ਬਾਪੂ ਆਪਣਾ ਰਿਸ਼ਤੇਦਾਰ ਕਿਹੜਾ ਭਲਾ? ਕੋਈ ਸ਼ਾਇਦ ਕਹਦੇ ਰਾਮ ਹੈ, ਪਰ ਉਹਨੇ ਰਾਮ ਨਹੀਂ ਕਿਹਾ। ਉਹ ਕਹਿੰਦਾ ਵੱਡੀ ਕੁੜੀ ਦਾ ਪ੍ਰਾਹੁਣਾ ਹੋਰ ਕੌਣ ਹੈ ਇਹ? ਕਹੋ ਸਤਨਾਮ। ਭਾਵ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਵੀ ਸਾਡੀਆਂ ਕੋਸ਼ਿਸ਼ਾਂ ਹੋਣੀਆਂ ਚਾਹੀਦੀਆਂ, ਪਰ ਨਾਲ ਪਰਮੇਸ਼ਰ ਕਿਰਪਾ ਕਰੇ ਤਾਂ ਜਾ ਕੇ ਸਾਡੇ ਮੁਖ ਚੋਂ ਵਾਹਿਗੁਰੂ ਨਿਕਲਦਾ, ਰਾਮ ਨਿਕਲਦਾ। ਕਹੋ ਸਤਨਾਮ ਸੀ। ਵੈਦਾ ਸੰਦਾ ਸੰਗ ਇਕੱਠਾ ਹੋਇਆ, ਵੈਦ ਆ ਗਿਆ, ਦਵਾਈ ਦਾ ਬੈਗ ਲੈ ਕੇ ਆ ਗਿਆ, ਮਰੀਜ਼ ਦੇ ਕੋਲੇ ਬੈਠਾ ਹੈ, ਦਵਾਈਆਂ ਬਦਲ ਬਦਲ ਕੇ ਲਾ ਰਹੇ ਆ, ਪਰ ਬਿਮਾਰੀ ਜਾ ਨਹੀਂ ਰਹੀ। ਕਿਉਂ? ਕਿਉਂਕਿ ਦੋਨਾਂ ਦੇ ਵਿੱਚੋਂ ਰਾਮ ਨਹੀਂ ਆਇਆ, ਪਰਮੇਸ਼ਰ ਨਹੀਂ ਆਇਆ। ਨਾ ਤਾਂ ਵੈਦ ਨੇ ਯਾਦ ਕੀਤਾ ਰੱਬ ਨੂੰ, ਨਾ ਮਰੀਜ਼ ਨੇ ਕੀਤਾ। ਤੇ ਬਾਬਾ ਜੀ ਕਹਿੰਦੇ ਆ ਵੈਦਾ ਸੰਦਾ ਸੰਗ ਇਕੱਠਾ ਹੋਇਆ, ਔਖਦ ਆਏ ਰਾਸ ਵਿੱਚ ਆਪ ਖਲੋਇਆ। ਦਵਾਈ ਉਦੋਂ ਲੱਗੂ ਜਦੋਂ ਦੋਨਾਂ ਨੇ ਪਰਮੇਸ਼ਰ ਅੱਗੇ ਬੇਨਤੀ ਕੀਤੀ। ਡਾਕਟਰ ਨੇ ਬੇਨਤੀ ਕੀਤੀ ਮੇਰੇ ਮਰੀਜ਼ ਸੁਖੀ ਹੋਣ, ਤੇ ਮਰੀਜ਼ ਨੇ ਬੇਨਤੀ ਕੀਤੀ ਪਰਮੇਸ਼ਰ ਮਾਫ ਕਰ ਦੇ, ਮੈਂ ਸੁਖੀ ਹੋ ਜਾ। ਕੋ ਸਤ ਤਾਂ ਦਵਾਈ ਲੱਗਣੀ, ਨਹੀਂ ਤਾਂ ਲੱਗਣੀ ਨਹੀਂ। ਵੈਦਾ ਸੰਦਾ ਸੰਗ ਇਕੱਠਾ ਹੋਇਆ, ਔਖਦ ਆਏ ਰਾਸ ਵਿੱਚ ਆਪ ਖਲੋਇਆ। ਜਦੋਂ ਦਵਾਈ ਲੱਗ ਗਈ ਤੇ ਬਿਮਾਰੀ ਭੱਜ ਜਾਣੀ ਆ। ਜਿਵੇਂ 2 ਕਾਗਜ਼ ਪਾਣੀ ਵਿੱਚ ਸਿੱਟ ਦਿਓ
ਜਿਹੜਾ ਸਾਫ਼ ਹੈ ਦੋਨੇ ਪਾਸੇ ਉਹ ਗਲ ਜੂਗਾ, ਜਿਹਦੇ ਉੱਤੇ ਤੇਲ ਲੱਗਿਆ ਹੋਵੇ ਉਹਨੇ ਗਲਣਾ ਨਹੀਂ। ਸਾਡੀ ਆਤਮਾ ਦੇ, ਸਾਡੀ ਸੁਰਤੀ 'ਤੇ ਤਾਂ ਪਾਪਾਂ ਦਾ ਤੇਲ ਲੱਗਿਆ ਹੋਇਆ ਹੈ, ਫਿਰ ਇਹਨੂੰ ਦਵਾਈ ਕਿਵੇਂ ਲੱਗੇ? ਕਹੋ ਸਤਨਾਮ ਸਿੰਘ। ਜਿੰਨਾ ਚਿਰ ਪਾਪ ਨਹੀਂ ਛੱਡਦਾ, ਮਾੜੀ ਸੋਚ ਨਹੀਂ ਛੱਡਦਾ, ਉਨ ਚਿਰ ਦਵਾਈ ਲੱਗਦੀ ਹੋਈ ਨਹੀਂ। ਔਖਦੇ ਆਏ ਰਾਸ ਵਿੱਚ ਹੀ ਆਪ ਖਲੋਇਆ, ਤੇ ਜਦੋਂ ਹੀ ਇਹਨੇ ਪਰਮੇਸ਼ਰ ਨੂੰ ਯਾਦ ਕੀਤਾ, ਪਾਪਾਂ ਨੇ ਭੱਜ ਜਾਣਾ, ਦਵਾਈ ਲੱਗ ਜਾਣੀ ਆ। ਜੋ ਜੋ ਉਹਨਾਂ ਕਰਮ, ਜਿਹੜੇ ਮਾੜੇ ਕਰਮ ਸੀਗੇ, ਉਹ ਪਾਸੇ ਹੋ ਗਏ। ਜੋ ਜੋ ਉਹਨਾਂ ਕਰਮ ਸੁਕਰਮ ਹੋਏ ਪਸਰਿਆ, ਦੁੱਖ ਰੋਗ ਸਾ ਪਾਪ ਤਨ ਤੇ ਖਿਸਰਿਆ, ਬਿਮਾਰੀ ਭੱਜ ਗਈ, ਦਵਾਈ ਲੱਗ ਗਈ। ਇਸ ਕਰਕੇ ਡਾਕਟਰ ਆਪਣੀ ਪਰਚੀ ਦੇ ਉੱਤੇ ਇੱਕ ਅੱਖਰ ਪਾਉਂਦੇ ਹੁੰਦੇ ਆ, RX। ਉਸ RX ਦਾ ਫੁੱਲ ਫਾਰਮ ਹੈ ਬਈ ਕਿਰਪਾ ਕਰਕੇ ਪਰਮੇਸ਼ਰ ਮੇਰੇ ਮਰੀਜ਼ ਨੂੰ ਰਾਜੀ ਕਰ ਦਿਓ। ਪਹਿਲਾਂ RX ਲਿਖਦੇ ਆ, ਗੁਰਮੁਖ ਉੱਤੇ ਇੱਕ ਓਂਕਾਰ ਪਾਉਂਦੇ ਆ, ਕੋਈ ਰਾਮ ਪਾਉਂਦਾ, ਆਪਣੀ ਚਿੱਠੀ ਲਿਖਦੇ ਆ, ਡਾਕਟਰ RX ਪਾਉਂਦੇ ਆ। ਉਹਦਾ ਮਤਲਬ ਹੈ ਪਰਮੇਸ਼ਰ ਅੱਗੇ ਬੇਨਤੀ ਦਵਾਈ ਲਿਖਣ ਤੋਂ ਪਹਿਲਾਂ ਕਿ ਮੈਂ ਸਿਰਫ ਦਵਾਈ ਦੇਣੀ ਆ ਤੇ ਰਾਜੀ ਤੂੰ ਕਰਨਾ ਹੈ। ਕਹੋ ਸਤਨਾਮ। ਫਿਰ ਗੁਰੂ ਕਿਰਪਾ ਕਰ ਦਿੰਦਾ। ਖੈਰ ਵਿਚਾਰਾਂ ਇੱਥੇ ਰੋਕਦੇ ਹਾਂ, ਰਹਿੰਦੀਆਂ ਵਿਚਾਰਾਂ ਕੱਲ੍ਹ ਦੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਬੋਲਦਿਆਂ ਨੇ ਇੱਕ ਅੱਖਰ ਬਾਅਦ ਘੱਟ ਹੋ ਜਾਂਦੇ। ਸਿੱਖ ਸੰਗਤਾਂ ਤੇ ਸਤਿਗੁਰੂ ਬਖਸ਼ਣ ਜੋਗਾ ਬਖਸ਼ ਲੈਣਾ ਜੀ। ਸਮਾਪਤੀ ਕਰੀਏ। ਬੁਲਾਓ ਫਤਿਹ, ਪਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ।